ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਦੇ ਕੈਂਪ ਦੇ ਵਿੱਚ ਸਭ ਦਾ ਸਵਾਗਤ ਹੈ। ਸਭ ਤੋਂ ਪਹਿਲਾਂ ਜਾਪ ਦੀ ਸੇਵਾ ਦੀ ਆਰੰਭਤਾ ਕਰਦੇ ਹਾਂ। ਜਾਪ ਦੀ ਸੇਵਾ ਨਿਭਾਣਗੇ ਮਨਦੀਪ ਕੌਰ ਜੀ, EPP ਨੰਬਰ 10160 ਪਟਿਆਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਮਨਦੀਪ ਕੌਰ ਜੀ ਦਾ। ਸੋ ਹੁਣ ਕੀਰਤਨ ਦੀ ਸੇਵਾ ਦੀ ਆਰੰਭਤਾ ਕਰਨਗੇ ਰਿਪੂ ਦਮਨ ਸਿੰਘ ਜੀ, ਗੁਰਲੀਨ ਕੌਰ ਜੀ, ਇਟਲੀ ਤੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ ਰਿਪੂ ਦਮਨ ਸਿੰਘ ਗੁਰਲੀਨ ਕੌਰ ਜੀ ਦਾ। ਬਹੁਤ ਪਿਆਰ ਦੇ ਨਾਲ ਇਹਨਾਂ ਨੇ ਰਾਗ ਦੇ ਵਿੱਚ ਸਾਨੂੰ ਕੀਰਤਨ ਸ਼ਬਦ ਸਰਵਨ ਕਰਵਾਇਆ। ਸੋ ਅੱਜ ਦਾ ਜੋ ਪਹਿਲਾ ਸੈਸ਼ਨ ਉਹਦੀ ਆਰੰਭਤਾ ਕਰਦੇ ਹਾਂ। ਅੱਜ ਦੇ ਸੈਸ਼ਨ ਦੀ ਆਰੰਭਤਾ ਕਰਨਗੇ EPP ਨੰਬਰ 11964। ਇਹਨਾਂ ਦਾ ਵਿਸ਼ਾ ਹੈ ਗੁਰਸਿੱਖ। ਸੋ ਇਹਨਾਂ ਨੂੰ ਬੇਨਤੀ ਆਪਣੇ ਮਾਈਕ ਨੂੰ ਅਨਮਿਊਟ ਕਰਕੇ ਸਟਾਰਟ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਮੈਂ ਸਭ ਤੋਂ ਪਹਿਲਾਂ ਮੈਂ ਐਜੂਕੇਟ ਪੰਜਾਬ ਪ੍ਰੋਜੈਕਟ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਅੱਜ ਉਹਨਾਂ ਨੇ ਮੈਨੂੰ ਇੱਥੇ ਬੋਲਣ ਦਾ ਮੌਕਾ ਦਿੱਤਾ ਹੈ। ਮੈਂ ਅੱਜ ਆਪ ਸਭ ਨੂੰ ਗੁਰਸਿੱਖ ਬਾਰੇ ਦੱਸਣਾ ਚਾਹਾਂਗੀ। ਗੁਰਸਿੱਖ ਸ਼ਬਦ ਦਾ ਅਰਥ ਹੈ ਗੁਰੂ ਦੀ ਸਿੱਖਿਆ। ਗੁਰਸਿੱਖ ਉਹ ਹੈ ਜਿਸ ਨੇ ਗੁਰੂ ਦੀ ਸਿੱਖਿਆ ਸਿੱਖੀ ਹੈ, ਗੁਰੂ ਦੀ ਸਿੱਖਿਆ ਨੂੰ ਧਾਰਨ ਕੀਤਾ ਹੈ ਤੇ ਉਸ ਉੱਪਰ ਅਮਲ ਵੀ ਕੀਤਾ ਹੈ। ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਲਿਖਿਆ ਹੈ ਕਿ ਸਿੱਖ ਉਹ ਹੈ ਜਿਸ ਨੇ ਜਗਤ ਗੁਰੂ ਦੇ ਵਿਚਾਰ ਅਨੁਸਾਰ ਸਿੱਖਿਆ ਸਿੱਖੀ ਹੈ। ਗੁਰਬਾਣੀ ਦਾ ਵਾਕ ਹੈ ਸਿੱਖੀ ਸਿੱਖਿਆ ਗੁਰ ਵਿਚਾਰ। ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਗੁਰਸਿੱਖ ਉਹ ਹੈ ਜੋ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਦਾ ਪਾਠ ਕਰਦਾ ਹੈ, ਸਾਧ ਸੰਗਤ ਵਿੱਚ ਵਾਹਿਗੁਰੂ ਦੀ ਸਿਫਤ ਸਲਾਹ ਕਰਦਾ ਹੈ, ਉੱਠਦਿਆਂ ਬਹਿੰਦਿਆਂ ਖਾਂਦਿਆਂ ਪੀਂਦਿਆਂ ਸਵਾਸ ਲੈਂਦਿਆਂ ਹਰ ਵਕਤ ਪ੍ਰਭੂ ਨੂੰ ਹੀ ਯਾਦ ਕਰਦਾ ਹੈ। ਗੁਰਸਿੱਖ ਆਪ ਤਾਂ ਪਰਮਾਤਮਾ ਦਾ ਨਾਮ ਜਪਦਾ ਹੀ ਹੈ, ਸਗੋਂ ਆਪਣੇ ਨਾਲ ਹੋਰਨਾਂ ਨੂੰ ਵੀ ਪਰਮਾਤਮਾ ਦਾ ਨਾਮ ਜਪਣ ਦੀ ਪ੍ਰੇਰਨਾ ਦਿੰਦਾ ਹੈ। ਅਜਿਹਾ ਗੁਰਸਿੱਖ ਹੀ ਵਾਹਿਗੁਰੂ ਨੂੰ ਭਾਉਂਦਾ ਹੈ। ਵਾਕ ਹੈ ਗੁਰ ਸਤਗੁਰ ਕਾ ਜੋ ਸਿੱਖਿਆ ਖਾਏ ਸੋ ਭਲਕੇ ਉਠਰ ਨਾਮ ਧਿਆਵੇ ਉਦਮ ਕਰੇ ਭਲਕੇ ਪ੍ਰਭਾਤੀ ਇਸਨਾਨ ਕਰੇ ਅੰਮ੍ਰਿਤਸਰ ਨਾਵੇ। ਗੁਰਸਿੱਖ ਉਹ ਹੈ ਜਿਹੜਾ ਹਮੇਸ਼ਾ ਹੀ ਗੁਰੂ ਕੇ ਭਾਵ ਵਿੱਚ ਰਹਿੰਦਾ ਹੈ, ਗੁਰੂ ਦੇ ਹਰ ਹੁਕਮ ਨੂੰ ਸੱਤ ਕਰਕੇ ਮੰਨਦਾ ਹੈ। ਜਿਹੜਾ ਆਪਣੇ ਬਾਣੀ ਵਿੱਚ ਚੱਲਦਾ ਹੈ, ਆਪਣੀ ਮਨਮਰਜ਼ੀ ਕਰਦਾ ਹੈ, ਉਹ ਗੁਰਸਿੱਖ ਉਹ ਮਨੁੱਖ ਜਿਹੜਾ ਆਪਣੇ ਬਾਣੀ ਵਿੱਚ ਰਹਿੰਦਾ ਹੈ, ਆਪਣੀ ਮਨਮਰਜ਼ੀ ਕਰਦਾ ਹੈ, ਉਹ ਮਨੁੱਖ ਹਮੇਸ਼ਾ ਧੱਕੇ ਹੀ ਖਾਂਦਾ ਹੈ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਪਾਣੇ ਵਿੱਚ ਆਵੇ ਆਪਣੇ ਪਾਣੇ ਜੋ ਚੱਲੇ ਭਾਈ ਵਿਛੜ ਝੋਟਾ ਖਾਵੇ। ਗੁਰੂ ਅਮਰਦਾਸ ਜੀ ਵੀ ਫਰਮਾਉਂਦੇ ਹਨ ਕਿ ਗੁਰਸਿੱਖ ਉਹ ਹੈ ਜਿਹੜਾ ਹਮੇਸ਼ਾ ਹੀ ਗੁਰੂ ਦੇ ਸਨਮੁਖ ਰਹਿੰਦਾ ਹੈ, ਗੁਰੂ ਦੇ ਚਰਨਾਂ ਨੂੰ ਹਿਰਦੇ ਵਿੱਚ ਵਸਾ ਕੇ ਰੱਖਦਾ ਹੈ, ਹਮੇਸ਼ਾ ਹੀ ਗੁਰੂ ਦੇ ਓਟ ਆਸਰੇ ਦਾ ਇੱਛੁਕ ਹੁੰਦਾ ਹੈ ਤੇ ਆਪਣੇ ਗੁਰੂ ਤੋਂ ਬਗੈਰ ਕਿਸੇ ਹੋਰ ਨੂੰ ਆਪਣਾ ਇਸ਼ਟ ਨਹੀਂ ਮੰਨਦਾ। ਜੇ ਕੋ ਸਿੱਖ ਗੁਰਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰ ਨਾਲੇ। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰਸਿੱਖ ਹੁੰਦਾ ਹੈ ਭਾਈ ਲਹਿਣੇ ਜੀ ਵਰਗਾ, ਜਿਹੜਾ ਕਦੇ ਵੀ ਗੁਰੂ ਨਾਨਕ ਸਾਹਿਬ ਤੋਂ ਵਿਮੁਖ ਨਹੀਂ ਹੁੰਦਾ, ਗੁਰੂ ਦਾ ਹਰ ਹੁਕਮ ਸੱਤ ਕਰਕੇ ਮੰਨਦਾ ਹੈ। ਜੇਕਰ ਗੁਰੂ ਸਾਹਿਬ ਜੀ ਗੰਦੇ ਨਾਲੇ ਵਿੱਚੋਂ ਕੋਲਾ ਕੱਢਣ ਲਈ ਕਹਿ ਦੇਣ ਤਾਂ ਵੀ ਉਹ ਤਿਆਰ ਹੋ ਜਾਂਦਾ ਹੈ। ਜੇਕਰ ਗੁਰੂ ਸਾਹਿਬ ਜੀ ਮੁਰਦਾ ਖਾਣ ਲਈ ਕਹਿੰਦੇ ਹਨ ਤਾਂ ਉਹ ਕਹਿੰਦਾ ਹੈ ਦੱਸੋ ਗੁਰੂ ਜੀ ਕਿਹੜੇ ਪਾਸੇ ਸ਼ੁਰੂ ਕਰਾਂ। ਜੇਕਰ ਗੁਰੂ ਸਾਹਿਬ ਜੀ ਅੱਧੀ ਰਾਤ ਨੂੰ ਕੱਪੜੇ ਧੋਣ ਲਈ ਕਹਿ ਦੇਣ ਤਾਂ ਵੀ ਉਹ ਤਿਆਰ ਹੋ ਜਾਂਦਾ ਹੈ। ਜੇਕਰ ਗੁਰੂ ਸਾਹਿਬ ਜੀ ਘਾਹ ਦੀ ਪੰਡ ਚੁੱਕਣ ਲਈ ਕਹਿ ਦੇਣ ਜਿਸ ਵਿੱਚੋਂ ਚੋ ਰਹੇ ਗੰਦੇ ਨਾਲੇ ਦੇ ਪਾਣੀ ਨੇ ਉਸਦੇ ਕੱਪੜੇ ਖਰਾਬ ਕਰ ਦਿੱਤੇ ਹੋਣ ਤਾਂ ਵੀ ਉਹ ਪੰਡ ਚੁੱਕ ਲੈਂਦਾ ਹੈ। ਜੇਕਰ ਅੱਜ ਕੱਲ੍ਹ ਦੇ ਸਿੱਖਾਂ ਦੀ ਗੱਲ ਕਰੀਏ, ਜੇਕਰ ਉਹ ਭੁੱਲ ਕੇ ਗੁਰਦੁਆਰੇ ਜਾ ਕੇ ਸੇਵਾ ਕਰਨ ਹੀ ਲੱਗ ਪੈਣ ਤਾਂ ਆਪਣੇ ਕੱਪੜਿਆਂ ਦਾ ਹੀ ਖਿਆਲ ਰੱਖਦੇ ਰਹਿਣਗੇ, ਕਿਤੇ ਮੇਰੇ ਕੱਪੜੇ ਗੰਦੇ ਨਾ ਹੋ ਜਾਣ, ਕਿਤੇ ਇਹਨਾਂ ਨੂੰ ਮਿੱਟੀ ਨਾ ਲੱਗ ਜਾਵੇ।
ਗੁਰਸਿੱਖ ਉਹ ਹੈ ਜੋ ਗੁਰੂ ਦੀ ਚਾਲ ਤੇ ਚੱਲਦਾ ਹੈ ਤੇ ਗੁਰੂ ਦੀ ਕਹੀ ਹਰ ਗੱਲ ਨੂੰ ਭਲਾ ਕਰਕੇ ਮੰਨਦਾ ਹੈ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਗੁਰੂ ਪਿਆਰੀ ਸਾਧ ਸੰਗਤ ਜੀ, ਸਿੱਖ ਹੁੰਦਾ ਹੈ ਗੁਰੂ ਅਮਰਦਾਸ ਜੀ ਵਰਗਾ, ਜਿਹੜਾ 12 ਸਾਲ ਬਿਆਸ ਦਰਿਆ ਵਿੱਚੋਂ ਪਾਣੀ ਲਿਆ ਕੇ ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਾਉਂਦਾ ਰਿਹਾ, ਲੰਗਰ ਵਿੱਚ ਸੇਵਾ ਕਰਦਾ ਰਿਹਾ, ਗੁਰੂ ਦੇ ਹਰ ਹੁਕਮ ਨੂੰ ਸੱਤ ਕਰਕੇ ਮੰਨਦਾ ਰਿਹਾ। ਇਸ ਲਈ ਸਾਨੂੰ ਸਭ ਨੂੰ ਵੀ ਐਸੇ ਗੁਰਸਿੱਖ ਬਣਨਾ ਚਾਹੀਦਾ ਹੈ। ਗੁਰੂ ਦੀ ਰਜ਼ਾ ਵਿੱਚ ਰਹਿ ਕੇ ਸਾਨੂੰ ਕੇਵਲ ਇੱਕ ਪਰਮਾਤਮਾ ਦਾ ਹੀ ਸਿਮਰਨ ਕਰਨਾ ਚਾਹੀਦਾ ਹੈ ਤੇ ਪਰਮਾਤਮਾ ਦੇ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਖੀਰ ਮੈਂ ਇੱਕ ਵਾਰ ਫਿਰ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ। ਤੇ ਪਿਆਰ ਦੇ ਨਾਲ ਇਹਨਾਂ ਨੇ ਸਾਨੂੰ ਗੁਰਸਿੱਖ ਬਾਰੇ ਦੱਸਿਆ ਕਿ ਗੁਰਸਿੱਖ ਕੀ ਹੈ। ਸੋ ਬਹੁਤ ਧੰਨਵਾਦ ਕੋਮਲਪ੍ਰੀਤ ਕੌਰ ਜੀ ਦਾ। ਇੱਕ ਐਡਰੈਸ ਅਸੀਂ ਲੈਂਦੇ ਹਾਂ ਜੀ, ਉਸ ਤੋਂ ਬਾਅਦ ਅਸੀਂ ਅਗਲੇ ਸੈਸ਼ਨ ਨਾਲ ਕਰਦੇ ਹਾਂ। ਅਵਨੀਤ ਕੌਰ ਜੀ ਲੁਧਿਆਣਾ ਤੋਂ। ਹਾਂਜੀ ਅਵਨੀਤ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਪਿਆਰੇ ਸੁਣੀ ਤਿਸ ਆਗੇ ਮਰ ਚੱਲੀ ਹੈ। ਇੱਕ ਵਾਰ ਗੁਰੂ ਨਾਨਕ ਦੇਵ ਜੀ ਜਦੋਂ ਸਿੱਖ ਸੰਗਤਾਂ ਨਾਲ ਜਾ ਰਹੇ ਸਨ ਤਾਂ ਸੰਗਤਾਂ ਨੇ ਸਿੱਖਿਆ ਲੈਣ ਲਈ ਉਹਨਾਂ ਨੇ ਰਸਤੇ ਵਿੱਚ ਪਹਿਲਾਂ ਤਾਂਬੇ ਦੇ, ਫਿਰ ਚਾਂਦੀ ਦੇ ਤੇ ਫਿਰ ਸੋਨੇ ਦੇ ਸਿੱਕੇ ਸੁੱਟੇ। ਕੋਈ ਤਾਂਬੇ ਦੇ, ਕੋਈ ਚਾਂਦੀ ਦੇ ਤੇ ਕੋਈ ਸੋਨੇ ਦੇ ਸਿੱਕੇ ਚੁੱਕ ਕੇ ਗੁਰੂ ਜੀ ਦਾ ਸਾਥ ਛੱਡ ਕੇ ਆਪਣੇ ਘਰੀ ਮੁੜ ਗਏ। ਪਰ ਭਾਈ ਲਹਿਣਾ ਜੀ ਇਕੱਲੇ ਹੀ ਉਹ ਸਿੱਖ ਸਨ ਜਿਹੜੇ ਗੁਰੂ ਸਾਹਿਬ ਨਾਲ ਆਖਿਰ ਤੱਕ ਚੱਲਦੇ ਰਹੇ ਤੇ ਗੁਰੂ ਸਾਹਿਬ ਦੇ ਸਰੀਰ ਦਾ ਅੰਗ ਬਣ ਗਏ। ਅਸੀਂ ਵੀ ਭਾਈ ਲਹਿਣਾ ਜੀ ਦੇ ਜੀਵਨ ਤੋਂ ਸੇਧ ਲਈਏ, ਦਾਤਾ ਨਾਲ ਜੁੜ ਕੇ, ਭਾਵ ਮਟੀਰੀਅਲਿਸਟਿਕ ਨਾ ਹੋ ਕੇ ਉਸ ਕਰਤੇ ਦਾ ਤਾਰ ਨਾਲ ਜੁੜੀਏ ਤੇ ਭਾਈ ਲਹਿਣਾ ਜੀ ਵਾਂਗ ਉਸ ਪਿਆਰੇ ਨਾਲ ਇੰਨਾ ਨਹੀਂ ਪਿਆਰ ਕਰੀਏ ਕਿ ਉਸ ਪਿਆਰੇ ਅੱਗੇ ਸੰਸਾਰ ਦੀ ਹਰ ਚੀਜ਼ ਫਿੱਕੀ ਲੱਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜੀ, ਅਸੀਂ ਮਟੀਰੀਅਲਿਸਟਿਕ ਨਾ ਹੋ ਕੇ ਉਸ ਪਰਮਾਤਮਾ ਦੇ ਨਾਮ ਦੇ ਨਾਲ ਜੁੜੀਏ ਜੀ। ਸੋ ਨੈਕਸਟ ਸੈਸ਼ਨ ਹੈ ਜੀ ਮਨਪ੍ਰੀਤ ਕੌਰ ਜੀ ਜੈਤੋ ਤੋਂ, EPP ਨੰਬਰ 13895। ਵਿਸ਼ਾ ਹੈ ਇਹਨਾਂ ਦਾ ਸਮੇਂ ਦੀ ਕਦਰ। EPP ਨੰਬਰ 13895। ਹਾਂਜੀ, ਆਪਣੇ ਮਾਈਕ ਨੂੰ ਅਨਮਿਊਟ ਕਰਕੇ ਸਟਾਰਟ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਥੋੜਾ ਜਿਹਾ ਮਾਈਕ ਆਪਣੇ ਨੇੜੇ ਕਰ ਲਿਓ। ਮੈਮ ਆਵਾਜ਼ ਆ ਰਹੀ? ਹਾਂਜੀ ਹੁਣ। ਮੈਂ ਅੱਜ ਤੁਹਾਨੂੰ ਸਮੇਂ ਦੀ ਕਦਰ ਬਾਰੇ ਦੱਸਣਾ ਚਾਹੁੰਦੀ। ਸਮਾਂ ਬਹੁਤ ਅਨਮੋਲ ਹੈ। ਹੋਰ ਸਭ ਕੁਝ ਪੈਸੇ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ, ਪਰ ਸਮਾਂ ਨਹੀਂ। ਸਮੇਂ ਦਾ ਸੁਭਾਅ ਹੈ ਕਿ ਇਸ ਨੂੰ ਰੋਕਿਆ ਨਹੀਂ ਜਾ ਸਕਦਾ। ਇਹ ਨਿਰੰਤਰ ਵੇਗ ਨਾਲ ਤੁਰਿਆ ਰਹਿੰਦਾ ਹੈ। ਇੱਕ ਤਾਂ ਇਹ ਰੁਕਦਾ ਨਹੀਂ, ਦੂਸਰਾ ਇੱਕ ਵਾਰ ਬੀਤ ਗਿਆ ਸਮਾਂ ਵਾਪਸ ਨਹੀਂ ਆਉਂਦਾ। ਸਮੇਂ ਦੀ ਸੂਈ ਕਿਸੇ ਵੱਡੀ ਤੋਂ ਵੱਡੀ ਵਿਪਤਾ ਵੇਲੇ ਵੀ ਨਹੀਂ ਰੁਕਦੀ। ਸਮੇਂ ਦਾ ਹਰੇਕ ਪਲ ਇੰਨਾ ਕੀਮਤੀ, ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਹੁੰਦਾ ਹੈ ਕਿ ਉਹ ਕਿਸੇ ਵੀ ਆਦਮੀ ਦੀ ਕਿਸਮਤ ਪਲਾਂ ਵਿੱਚ ਬਦਲਣ ਦੀ ਸਮਰੱਥਾ ਰੱਖਦਾ ਹੈ। ਇਸ ਲਈ ਸੂਝਵਾਨ ਲੋਕ ਸਮੇਂ ਦੀ ਸਫਲ ਵਰਤੋਂ ਦਾ ਸੰਦੇਸ਼ ਦਿੰਦਾ ਹੈ। ਅੰਗਰੇਜ਼ੀ ਵਿੱਚ ਇੱਕ ਅਖਾਣ ਹੈ, A stitch on time saved 9, ਅਰਥਾਤ ਸਮੇਂ ਤੇ ਕੀਤਾ ਗਿਆ ਕੰਮ ਹੀ ਸਾਰਥਕ ਹੁੰਦਾ ਹੈ। ਕਹਿਣ ਤੋਂ ਭਾਵ ਸਮੇਂ ਦਾ ਸਦ ਉਪਯੋਗ ਜ਼ਰੂਰੀ ਹੈ। ਇਸ ਵਿੱਚ ਹੀ ਹਰ ਤਰ੍ਹਾਂ ਦੀ ਸਫਲਤਾ ਅਤੇ ਪ੍ਰਾਪਤੀ ਦਾ ਰਾਜ ਹੈ। ਸਾਡੇ ਪਛੜੇ ਰਹਿਣ ਦਾ ਕਾਰਨ ਇਹ ਹੈ ਕਿ ਅਸੀਂ ਲੋਕ ਸਮੇਂ ਦੀ ਕਦਰ ਕਰਨਾ ਨਹੀਂ ਸਿੱਖੇ। ਭਾਰਤੀ ਲੋਕ ਸ਼ਿਸ਼ਟਾਚਾਰ ਨੂੰ ਭੁੱਲ ਚੁੱਕੇ ਹਨ। ਉਹ ਨਾ ਆਪ ਸਮੇਂ ਦੀ ਕਦਰ ਕਰਦੇ ਹਨ ਤੇ ਨਾ ਹੀ ਕਿਸੇ ਦੂਸਰੇ ਦੇ ਕੀਮਤੀ ਸਮੇਂ ਦਾ ਖਿਆਲ ਕਰਦੇ ਹਨ। ਹੋਰ ਦੇਸ਼ ਸਾਡੇ ਵਾਂਗ ਸਮੇਂ ਦੀ ਬਰਬਾਦੀ ਨਹੀਂ ਕਰਦੇ। ਉਹ ਪੂਰੀ ਪ੍ਰਤੀਬੱਧਤਾ ਨਾਲ ਕੰਮ ਕਰਦੇ ਹਨ। ਕੰਮ ਸਮੇਂ ਉਹ ਆਪਣਾ ਧਿਆਨ ਇੱਧਰ ਉੱਧਰ ਦੀਆਂ ਫਜ਼ੂਲ ਗੱਲਾਂ ਵੱਲ ਨਹੀਂ ਲਗਾਉਂਦੇ। ਉਹਨਾਂ ਦਾ ਮੰਨਣਾ ਹੈ ਕਿ ਕੰਮ ਵੇਲੇ ਕੰਮ, ਖੇਡਣ ਵੇਲੇ ਖੇਡ। ਇਸ ਲਈ ਉਹ ਪੂਰੇ ਤਨੋ ਮਨੋ ਕੰਮ ਕਰਦੇ ਹਨ। ਪੱਛਮੀ ਦੇਸ਼ ਸਮੇਂ ਦੇ ਪਾਬੰਦ ਰਹਿਣ ਕਾਰਨ ਤਰੱਕੀ ਦੀਆਂ ਸਿਖਰਾਂ ਛੂਹ ਰਹੇ ਹਨ। ਕੰਮ ਦੀ ਸਫਲਤਾ ਦਾ ਰਾਜ ਇਸ ਵਿੱਚ ਹੀ ਹੈ ਕਿ ਸਮੇਂ ਦੇ ਪਾਬੰਦ ਰਹੋ। ਸਮੇਂ ਸਿਰ ਸੌਣਾ, ਸਮੇਂ ਸਿਰ ਜਾਗਣਾ, ਸਮੇਂ ਸਿਰ ਖਾਣਾ ਤੇ ਸਮੇਂ ਸਿਰ ਪੜ੍ਹਨਾ। ਇਸ ਤਰ੍ਹਾਂ ਭਾਵ ਕਿ ਹਰ ਕੰਮ ਸਮੇਂ ਸਿਰ ਕਰਨ ਦੀ ਲੋੜ ਹੈ। ਹਰ ਕਾਰਜ ਲਈ ਪਹਿਲਾਂ ਸਮਾਂ ਨਿਯਤ ਕਰੋ, ਫਿਰ ਉਸ ਨੂੰ ਪੂਰੀ ਪਾਬੰਦੀ ਨਾਲ ਨਿਭਾਓ। ਇਸ ਨਾਲ ਇੱਕ ਤਾਂ ਕੰਮ ਸਮੇਂ ਸਿਰ ਹੋ ਜਾਵੇਗਾ ਤੇ ਦੂਜੇ ਥੋੜੇ ਸਮੇਂ ਵਿੱਚ ਹੀ ਸਾਨੂੰ ਵੱਡੀ ਪ੍ਰਾਪਤੀ ਹੋਵੇਗੀ। ਇਸ ਨਾਲ ਮਨ ਤੇ ਵਾਧੂ ਬੋਝ ਵੀ ਨਹੀਂ ਪਵੇਗਾ। ਹਰ ਪ੍ਰਕਾਰ ਦੀ ਸਫਲਤਾ ਅਤੇ ਲਾਭ ਵੀ ਲੈ ਸਕਾਂਗੇ। ਸਮਾਂ ਬਰਬਾਦ ਕਰਨ ਦੇ ਕਈ ਨੁਕਸਾਨ ਸਪਸ਼ਟ ਹਨ।
ਅਸੀਂ ਵੇਖਦੇ ਹਾਂ ਕਿ ਜਦੋਂ ਰੇਲ ਗੱਡੀ ਜਾਂ ਬੱਸ ਲੇਟ ਹੋ ਜਾਂਦੀ ਹੈ ਤਾਂ ਕਰਮਚਾਰੀ ਸਮੇਂ ਸਿਰ ਆਪਣੇ ਦਫ਼ਤਰ ਨਹੀਂ ਪਹੁੰਚਦੇ। ਸਾਰੇ ਪਾਸੇ ਹਾਹਾਕਾਰ ਮਚ ਜਾਂਦੀ ਹੈ। ਉਡੀਕ ਅਤੇ ਖੱਜਲ ਖੁਆਰੀ ਉਹਨਾਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਦੀ ਹੈ ਤੇ ਨਾਲ ਹੀ ਉਹਨਾਂ ਨੂੰ ਥਕਾ ਵੀ ਦਿੰਦੀ ਹੈ। ਇਸ ਤੋਂ ਵੀ ਵੱਖਰੀ ਅਵਸਥਾ ਹੋਰ ਜੇ ਕਿਸਾਨ ਸਮੇਂ ਸਿਰ ਫਸਲ ਨਾ ਬੀਜੇ, ਸਮੇਂ ਸਿਰ ਪਾਣੀ ਨਾ ਦੇਵੇ ਤਾਂ ਅਨਾਜ ਅਤੇ ਹੋਰ ਫਸਲਾਂ ਕਿੱਥੋਂ ਆਉਣਗੀਆਂ। ਇਸ ਲਈ ਹਰ ਕਿਸੇ ਨੂੰ ਸਮੇਂ ਤੇ ਕੰਮ ਕਰਨਾ ਪੈਂਦਾ ਹੈ। ਸਮਾਂ ਬਰਬਾਦ ਕਰਕੇ ਅਸੀਂ ਆਪਣੇ ਆਪ ਨੂੰ ਧੋਖਾ ਦੇ ਬੈਠਦੇ ਹਾਂ। ਇਸ ਕਾਰਨ ਸਾਡੇ ਕਈ ਜ਼ਰੂਰੀ ਕੰਮ ਨਹੀਂ ਹੁੰਦੇ। ਇਸ ਤਰ੍ਹਾਂ ਵੀ ਸਾਨੂੰ ਨਹੀਂ ਪਤਾ ਲੱਗਦਾ ਕਿ ਸਾਡਾ ਸਮਾਂ ਬਰਬਾਦ ਹੋ ਰਿਹਾ ਹੈ। ਜਦੋਂ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਸਾਡਾ ਸਮਾਂ ਬਰਬਾਦ ਹੋ ਰਿਹਾ ਹੈ ਤਾਂ ਅਸੀਂ ਪਛਤਾਉਂਦੇ ਹਾਂ, ਪਰ ਉਸ ਵੇਲੇ ਕੁਝ ਵੀ ਨਹੀਂ ਕਰ ਸਕਦੇ ਕਿਉਂਕਿ ਲੰਘ ਗਿਆ ਸਮਾਂ ਕਦੇ ਵੀ ਵਾਪਸ ਨਹੀਂ ਆਉਂਦਾ। ਫਿਰ ਆਪਾਂ ਕਹਿੰਦੇ ਹਾਂ ਕਿ ਅਬ ਪਛਤਾਏ ਕਿਆ ਹੋਤ ਜਬ ਚਿੜੀਆ ਚੁਗ ਗਈ ਖੇਤ। ਸਭ ਤੋਂ ਜ਼ਰੂਰੀ ਸਮੇਂ ਤੇ ਕੰਮ ਕਰਨ ਦੀ ਆਦਤ ਪਾਉਣੀ ਹੈ। ਇਸ ਲਈ ਸਾਨੂੰ ਸਮੇਂ ਦੀ ਕਦਰ ਕਰਨੀ ਸਿੱਖਣੀ ਪਵੇਗੀ। ਸਾਨੂੰ ਜੀਵਨ ਦੇ ਮੁੱਢਲੇ ਪੜਾਅ ਤੇ ਸਮੇਂ ਦੀ ਪਾਬੰਦੀ ਦੀ ਆਦਤ ਬਣਾ ਕੇ ਆਦਰ ਸਤਿਕਾਰ ਵਾਲਾ ਜੀਵਨ ਜਿਉਣ ਦੀ ਜਾਂਚ ਸਿੱਖਣੀ ਪਵੇਗੀ। ਇਹ ਗੱਲ ਆਪਾਂ ਸਾਰੇ ਜਾਣਦੇ ਹਾਂ ਕਿ ਜੋ ਸਮੇਂ ਦੀ ਕਦਰ ਨਹੀਂ ਕਰਦੇ, ਸਮਾਂ ਉਹਨਾਂ ਨੂੰ ਬਰਬਾਦ ਕਰ ਦਿੰਦਾ ਹੈ। ਸਾਡਾ ਜ਼ਿੰਦਗੀ ਵਿੱਚ ਇਹੀ ਕਰਤੱਵ ਹੋਣਾ ਚਾਹੀਦਾ ਹੈ ਕਿ ਸਮੇਂ ਦੀ ਪੂਰੀ ਸੁਚੱਜੀ ਵਰਤੋਂ ਕਰੀਏ। ਸਮਾਂ ਬਹੁਤ ਹੀ ਕੀਮਤੀ ਹੈ। ਇਹ ਇੱਕ ਵਾਰੀ ਲੰਘ ਜਾਂਦਾ ਹੈ ਤਾਂ ਮੁੜ ਕੇ ਵਾਪਸ ਨਹੀਂ ਆਉਂਦਾ। Once gone cannot be recalled। ਸਮਾਂ ਹਮੇਸ਼ਾ ਤੁਹਾਡੇ ਤੋਂ ਇੱਕ ਕਦਮ ਅੱਗੇ ਚੱਲਦਾ ਹੈ। ਕੋਈ ਵੀ ਕੰਮ ਕਰਨ ਲਈ ਸਹੀ ਸਮੇਂ ਦੀ ਉਡੀਕ ਨਾ ਕਰੀਏ, ਹਮੇਸ਼ਾ ਸਮੇਂ ਦੀ ਕਦਰ ਕਰੀਏ ਤੇ ਇਸ ਨੂੰ ਵਿਅਰਥ ਨਾ ਗਵਾਈਏ। ਸੋ ਸਾਰੇ ਸਮੇਂ ਦੀ ਬਹੁਤ ਕਦਰ ਕਰੀਏ ਤੇ ਇਹ ਜੇ ਇੱਕ ਵਾਰੀ ਲੰਘ ਜਾਂਦਾ ਹੈ ਤਾਂ ਮੁੜ ਕੇ ਵਾਪਸ ਨਹੀਂ ਆਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਿਲਕੁਲ ਸਹੀ ਗੱਲ ਹੈ। ਇੱਕ ਵਾਰੀ ਨਿਕਲਿਆ ਸਮਾਂ ਦੁਬਾਰਾ ਵਾਪਸ ਕਦੇ ਨਹੀਂ ਆਉਂਦਾ। ਗੁਰਬਾਣੀ ਵਿੱਚ ਵੀ ਕਹਿੰਦੇ ਵਕਤ ਵਿਚਾਰੇ ਸੋ ਬੰਦਾ ਹੋਏ। ਸੋ ਹਮੇਸ਼ਾ ਆਪਣੇ ਟਾਈਮ ਦਾ ਖਾਸ ਧਿਆਨ ਰੱਖੀਏ ਕਿ ਅਸੀਂ ਆਪਣੇ ਟਾਈਮ ਨੂੰ ਹਮੇਸ਼ਾ ਆਪਣੀ એનર્ਜੀ ਨੂੰ ਸਹੀ ਪਾਸੇ ਵੱਲ ਲੈ ਕੇ ਜਾਈਏ ਔਰ ਇਹਨੂੰ ਠੀਕ ਢੰਗ ਨਾਲ ਵਰਤੀਏ ਜੀ। ਸੋ ਕੁਝ ਕੁ ਹੈਂਡ ਰੇਜ਼ ਨੇ, ਅਸੀਂ 2-3 ਹੈਂਡ ਰੇਜ਼ ਲਵਾਂਗੇ, ਉਸ ਤੋਂ ਬਾਅਦ ਫਿਰ ਇੰਗਲਿਸ਼ ਦੀ ਕਲਾਸ ਹੋਏਗੀ। EPP ਨੰਬਰ 14180 14181। Am I audible, ma'am? ਜੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਨਾਮ ਮਨਦੀਪ ਕੌਰ ਹੈ, EPP ਨੰਬਰ 1481 ਅਤੇ ਮੇਰੀ ਜ਼ੋਨ ਸੰਗਰੂਰ ਹੈ। ਤੇ ਮੈਂ ਅੱਜ ਗੁਰੂ ਕੇ ਸਿੱਖ ਜੋ ਫਸਟ ਸੈਸ਼ਨ ਸੀ ਉਸਦੇ ਉੱਪਰ ਕੁਝ ਬੋਲਣਾ ਚਾਹੁੰਦੀ ਹਾਂ ਕਿ ਸਾਨੂੰ ਗੁਰੂ ਕੇ ਸਿੱਖ ਇਸ ਤਰ੍ਹਾਂ ਦੇ ਬਣਨਾ ਚਾਹੀਦਾ ਹੈ ਕਿ ਜਿਵੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਹੁਕਮ ਉੱਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ, ਜਿਨ੍ਹਾਂ ਨੂੰ ਗੁਰੂ ਕਾ ਬੰਦਾ ਵੀ ਆਖਿਆ ਜਾਂਦਾ ਹੈ, ਉਹਨਾਂ ਨੇ ਸਰਹੰਦ ਦੀ ਇੱਟ ਨਾ ਇੱਟ ਖੜਕਾ ਦਿੱਤੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਉਹਨਾਂ ਨੇ ਆਪਣਾ ਤਨ ਮਨ ਧਨ ਸਭ ਗੁਰੂ ਤੋਂ ਕੁਰਬਾਨ ਕਰ ਦਿੱਤਾ ਤੇ ਉਹਨਾਂ ਨੇ ਗੁਰੂ ਦੀ ਆਗਿਆ ਨੂੰ ਸੱਚ ਕਰਕੇ ਮੰਨਿਆ। ਤੇ ਹੁਣ ਸਾਡੇ ਜੋ ਗੁਰੂ ਹਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ਼ਬਦ ਰੂਪੀ ਗੁਰੂ। ਸੋ ਸਾਨੂੰ ਉਹਨਾਂ ਨੂੰ ਆਪਣੇ ਗੁਰੂ ਮੰਨ ਕੇ ਉਹਨਾਂ ਦੀ ਬਾਣੀ ਦੇ ਉੱਪਰ ਤੇ ਉਹਨਾਂ ਅਮਲ ਕਰਕੇ ਤੇ ਉਹਨਾਂ ਤੋਂ ਸੇਧ ਲੈ ਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਤੇ ਅਸਲ ਸੱਚੇ ਗੁਰੂ ਕੇ ਸਿੱਖ ਬਣਨਾ ਚਾਹੀਦਾ ਤੇ ਕਿਸੇ ਦੇਹਧਾਰੀ ਗੁਰੂ ਦੇ ਉੱਪਰ ਵਿਸ਼ਵਾਸ ਜਾਂ ਉਸਨੂੰ ਆਪਣਾ ਗੁਰੂ ਨਹੀਂ ਮੰਨਣਾ ਚਾਹੀਦਾ। ਸੋ ਮੇਰਾ ਅੱਜ ਇਹੀ ਕਹਿਣਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜੀ, ਸਾਡੇ ਗੁਰੂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹਨ। ਸੋ ਨੈਕਸਟ ਸਟੂਡੈਂਟ EPP ਨੰਬਰ 4636। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਮੈਮ ਆਵਾਜ਼ ਆ ਰਹੀ ਹੈ ਜੀ? ਆ ਰਹੀ ਹੈ ਜੀ। ਹਾਂਜੀ, ਮੇਰਾ ਨਾਮ ਪ੍ਰਭਜੋਤ ਕੌਰ, ਪਿੰਡ ਮੰਗੇਵਾਲ, EPP ਨੰਬਰ 4636, ਕਲਾਸ B.Ed, ਜ਼ੋਨ ਮਹਿਲ ਕਲਾਂ। ਜੋ ਸੈਕਿੰਡ ਸੈਸ਼ਨ ਸੀ ਸਮੇਂ ਦੀ ਸੰਭਾਲ, ਉਸ ਸੰਬੰਧੀ ਕੁਝ ਕੁ ਵਿਚਾਰ ਸਾਂਝੇ ਕਰਨਾ ਚਾਹੁੰਦੀ ਹਾਂ ਕਿ ਸਾਨੂੰ ਆਪਣਾ ਸਮਾਂ ਅਜਾਈਂ ਨਹੀਂ ਗਵਾਉਣਾ ਚਾਹੀਦਾ, ਪਰ ਮਨੁੱਖ ਦਾ ਸੁਭਾਅ ਹੈ ਕਿ ਇਹ ਸਮੇਂ ਨੂੰ ਅਜਾਈਂ ਹੀ ਗਵਾ ਰਿਹਾ ਹੈ। ਤੇ ਗੁਰੂ ਜੀ ਨੇ ਮਨੁੱਖਾ ਜਨਮ ਦੀ ਅਮੋਲਕਤਾ ਸਮਝਾਉਂਦੇ ਹੋਏ ਕਥਨ ਕੀਤਾ ਹੈ ਕਿ ਪਰਮਾਤਮਾ ਦੇ ਨਾਮ ਨੂੰ ਸਵਾਸ ਭਾਵ ਹਮੇਸ਼ਾ ਹੀ ਜਪਦਾ ਰਹੇ, ਕਿਉਂਕਿ ਇਸ ਦੇਹੀ ਦਾ ਕੋਈ ਨਹੀਂ ਪਤਾ ਕਿ ਕਦੋਂ ਸਾਥ ਛੱਡ ਦੇਵੇ। ਇਸ ਲਈ ਬਿਲਮ ਨਾ ਕਰ, ਦੇਰੀ ਨਾ ਕਰ, ਪਰਮਾਤਮਾ ਜੀ ਦਾ ਨਾਮ ਜਪ, ਸਮੇਂ ਨੂੰ ਅਜਾਈਂ ਨਾ ਗਵਾ। ਗੁਰਬਾਣੀ ਦਾ ਫਰਮਾਨ ਹੈ, ਗੱਗਾ ਗੋਬਿੰਦ ਗੁਣ ਰਵੋ, ਸਾਸ ਸਾਸ ਜਪ ਨੀਤ, ਕਹਾਂ ਵਿਸਾਸਾ ਦੇ ਕਾ ਬਿਲਮ ਨਾ ਕਰੋ ਮੀਤ। ਇਸ ਤਰ੍ਹਾਂ 16 ਸਾਹਿਬ ਬਾਣੀ ਦੇ ਆਖਰੀ ਸ਼ਬਦ ਅੰਦਰ ਵੀ ਪੰਚਮ ਪਾਤਸ਼ਾਹ ਜੀ
ਸਮਝਾ ਰਹੇ ਹਨ ਸਾਨੂੰ। ਔਦ ਕਟੈ ਦਿਨ ਸਰੈ ਨਾਰੇ, ਮਨ ਗੁਰ ਮਿਲ ਕਾ ਸਵਾਰੇ। ਕਿ ਤੇਰੀ ਉਮਰ ਦਿਨ ਰਾਤ ਘਟਦੀ ਜਾ ਰਹੀ ਹੈ ਤੇ ਤੂੰ ਗੁਰੂ ਨਾਲ ਮਿਲ ਕੇ ਆਪਣੀ ਜ਼ਿੰਦਗੀ ਦਾ ਕਾਰਜ ਸਵਾਰ ਲੈ। ਸਾਨੂੰ ਆਪਣਾ ਸਮਾਂ ਚੰਗੇ ਪਾਸੇ ਲਾਉਣਾ ਚਾਹੀਦਾ ਹੈ। ਪ੍ਰਮਾਤਮਾ ਜੀ ਦਾ ਨਾਮ ਸਿਮਰਨ ਕਰਨਾ ਚਾਹੀਦਾ ਹੈ। ਇਸ ਨੂੰ ਅਜਾਈਂ ਨਹੀਂ ਗਵਾਉਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਸੋ ਈਪੀਪੀ ਨੰਬਰ ਨੈਕਸਟ 1169 ਲਖਵੀਰ ਕੌਰ ਜੀ ਮੋਗਾ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਮੇਰਾ ਨਾਮ ਲਖਵੀਰ ਕੌਰ 1169। ਮੈਂ +2 ਕਲਾਸ ਦੀ ਸਟੂਡੈਂਟ ਹਾਂ ਜੀ। ਮੈਂ ਸਮੇਂ ਤੇ ਬੋਲਣਾ ਚਾਹੁੰਦੀ ਹਾਂ ਕਿ ਜੇਕਰ ਅਸੀਂ ਸਮਾਂ ਗਵਾਵਾਂਗੇ ਤਾਂ ਸਾਡੇ ਹੱਥ ਵੱਸ ਕੁਝ ਵੀ ਨਹੀਂ ਆਵੇਗਾ। ਗੁਰੂ ਸਾਹਿਬ ਜੀ ਵੀ ਹੁਕਮ ਕਰ ਰਹੇ ਨੇ ਕਿ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਗੁਰੂ ਸਾਹਿਬ ਜੀ ਹੁਕਮ ਕਰ ਰਹੇ ਨੇ ਕਿ ਤੇਰੇ ਲਈ ਤਾਂ ਇਹ ਸਮਾਂ ਹੈ ਗੁਰੂ ਜੀ ਨੂੰ ਮਿਲਣ ਦਾ। ਇਸ ਲਈ ਕੀ ਹੈ, ਇਹ ਸਮੇਂ ਨੂੰ ਇਸ ਤਰ੍ਹਾਂ ਅਜਾਈਂ ਨਾ ਗਵਾ, ਵਿਅਰਥ ਨਾ ਗਵਾ। ਗੁਰੂ ਸਾਹਿਬ ਜੀ ਦਾ ਨਾਮ ਜਪ ਲੈ, ਸਾਧ ਸੰਗਤ ਦੇ ਵਿੱਚ ਮਿਲ ਕੇ ਤੇ ਆਪਣੇ ਸਮੇਂ ਨੂੰ ਸਫਲ ਕਰ, ਜ਼ਿੰਦਗੀ ਨੂੰ ਸਫਲ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਨੈਕਸਟ ਸਟੂਡੈਂਟ ਹੈ 1619 ਮੋਗਾ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਮ ਆਈ ਔਡੀਬਲ? ਜੀ ਜੀ ਮੈਮ ਮੈਂ ਸੈਕੰਡ ਸੈਸ਼ਨ ਬਾਰੇ ਬੋਲਣਾ ਚਾਹੁੰਦੀ ਹਾਂ। ਪਹਿਲਾਂ ਆਪਣਾ ਨਾਮ, ਕਿੱਥੋਂ ਤੇ ਕਿਹੜੀ ਕਲਾਸ ਵਿੱਚ? ਮੇਰਾ ਨਾਮ ਦੀਪਨਜੀਤ ਕੌਰ ਹੈ ਤੇ ਮੈਂ ਮੋਗਾ ਜ਼ੋਨ ਤੋਂ ਹਾਂ। ਮੇਰੀ ਕਲਾਸ 8th ਹੈ। ਹਾਂਜੀ, ਹੁਣ ਦੱਸੋ ਜੀ। ਮੈਂ ਇੱਕ ਕਹਾਣੀ ਸੁਣਾਉਣਾ ਚਾਹੁੰਦੀ ਹਾਂ ਕਿ ਇੱਕ ਵਾਰ ਅਮਰੀਕਾ ਵਿੱਚ ਇੱਕ ਜਾਦੂਗਰ ਨੇ ਆਪਣਾ ਸ਼ੋਅ ਵਿਖਾਉਣਾ ਸੀ। ਸ਼ੋਅ ਸੁਬਾਹ 7 ਵਜੇ ਦਾ ਸੀ ਤੇ ਉੱਥੋਂ ਦੇ ਕੁਝ ਪੰਜਾਬੀਆਂ ਨੇ ਸੋਚਿਆ ਕਿ ਸ਼ੋਅ 9 ਵਜੇ ਸ਼ੁਰੂ ਹੈ, ਪਰ ਉਹਨਾਂ ਨੇ ਸੋਚਿਆ ਕਿ ਇਹ ਤਾਂ ਲੇਟ ਹੀ ਸ਼ੁਰੂ ਹੋਵੇਗਾ। ਤਾਂ ਉਹ 9 ਵਜੇ ਸ਼ੋਅ ਵਿੱਚ ਪਹੁੰਚੇ। ਤਾਂ ਉਹ ਜਦੋਂ ਉੱਥੇ ਪਹੁੰਚੇ ਤਾਂ ਉੱਥੇ ਸ਼ੋਅ ਖਤਮ ਹੋ ਗਿਆ ਸੀ। ਤਾਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਸਾਨੂੰ ਹਮੇਸ਼ਾ ਸਹੀ ਵਕਤ ਤੇ ਕਿਤੇ ਵੀ ਪਹੁੰਚਣਾ ਚਾਹੀਦਾ ਹੈ, ਕਿਉਂਕਿ ਸਮਾਂ ਸਾਡੇ ਲਈ ਬਹੁਤ ਕੀਮਤੀ ਹੈ। ਥੈਂਕ ਯੂ ਮੈਮ। ਬਹੁਤ ਵਧੀਆ ਜੀ। ਸੋ ਨੈਕਸਟ ਮਨਦੀਪ ਕੌਰ। ਮੇਰਾ ਨਾਮ ਮਨਦੀਪ ਕੌਰ, ਮੇਰਾ EPP ਨੰਬਰ 10160 ਜ਼ੋਨ ਪਟਿਆਲਾ। ਮੈਂ ਟਾਈਮ ਬਾਰੇ ਬੋਲਣਾ ਚਾਹਾਂਗੀ ਕਿ ਟਾਈਮ ਇੱਕ ਅਜਿਹਾ ਰਿਸੋਰਸ ਹੈ ਕਿ ਜਿਹੜਾ once it's gone it's gone, ਵੀ ਜਿਹੜਾ ਇੱਕ ਵਾਰ ਚਲਾ ਗਿਆ ਤਾਂ ਚਲਾ ਗਿਆ। we are stop but time will be not stop। ਜਿਹੜਾ ਅਸੀਂ ਸਟੋਪ ਹੋ ਸਕਦੇ ਹਾਂ, ਬਟ ਜਿਹੜਾ ਟਾਈਮ ਹੈ ਉਹ ਸਟੋਪ ਨਹੀਂ ਹੋਏਗਾ। ਜਿਵੇਂ ਤੁਸੀਂ ਮੈਮ ਨੇ ਕਿਹਾ ਕਿ ਵਕਤ ਵਿਚਾਰੇ ਸੋ ਬੰਦਾ ਹੈ, ਕਿ ਜਿਹੜਾ ਵਕਤ ਨੂੰ ਵਿਚਾਰਦਾ, ਵਕਤ ਨੂੰ ਵਿਚਾਰ ਕੇ ਚੱਲਦਾ ਹੈ, ਜਿਹੜਾ ਵਕਤ ਦੇ ਮੁਤਾਬਿਕ ਚੱਲਦਾ ਹੈ, ਕਿਉਂਕਿ ਵਕਤ ਦਾ ਕੋਈ ਨਹੀਂ ਪਤਾ ਕਿ ਅੱਜ ਕਿਸੇ ਦਾ ਟਾਈਮ ਹੈ ਤੇ ਵਕਤ ਦਾ ਕੋਈ ਨਹੀਂ ਪਤਾ ਹੁੰਦਾ, ਟਾਈਮ ਦਾ ਕੋਈ ਨਹੀਂ ਪਤਾ ਕਿ ਕੱਲ ਕੀ ਹੋਣਾ ਹੈ। ਸਾਨੂੰ ਖੁਦ ਦਾ ਨਹੀਂ ਪਤਾ ਹੁੰਦਾ ਕਿ ਅਸੀਂ ਕਿਸ ਵੇਲੇ ਅਸੀਂ ਸਵਾਸ ਤਿਆਗ ਦੇਣੇ ਨੇ, ਕਿਸ ਵੇਲੇ ਸਾਡੇ ਪ੍ਰਾਣ ਚਲੇ ਜਾਣੇ ਨੇ। ਇਹ ਸਿਰਫ ਵਾਹਿਗੁਰੂ ਜਾਣਦਾ ਹੈ। ਇਸ ਲਈ ਅਸੀਂ ਟਾਈਮ ਦੀ ਕਦਰ ਕਰੀਏ। ਟਾਈਮ ਤੇ ਇਹ ਨਹੀਂ ਕਿ ਦੂਜਿਆਂ ਤੇ ਡਿਪੈਂਡ ਰਹੀਏ, ਅਸੀਂ ਟਾਈਮ ਤੇ ਆਪਣੇ ਆਪ ਤੇ ਟਾਈਮ ਤੇ ਡਿਪੈਂਡ ਰਹੀਏ। ਅਸੀਂ ਆਪਣਾ ਕੰਮ ਆਪ ਕਰੀਏ ਤੇ ਟਾਈਮ ਦੇ ਮੁਤਾਬਿਕ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨੈਕਸਟ ਜੈਤੋ ਤੋਂ 13431। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਬੋਲੋ ਜੀ। ਮੈਮ ਆਈ ਆਡੀਬਲ? ਹਾਂਜੀ 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 ਬੋਲੋ ਜੀ। ਮੈਂ ਸਮੇਂ ਕਦਰ ਬਾਰੇ ਕੁਝ ਬੋਲਣਾ ਚਾਹੁੰਦੀ ਹਾਂ। ਸਮਾਂ ਬਹੁਤ ਕੀਮਤੀ ਹੈ, ਸਾਨੂੰ ਇਸ ਦੀ ਕਦਰ ਕਰਨੀ ਚਾਹੀਦੀ ਹੈ। ਉਸ ਪ੍ਰਕਾਰ ਗਵਾਚੀ ਵਸਤੂ ਕਦੇ ਹੱਥ ਆਉਂਦੀ, ਉਸੇ ਪ੍ਰਕਾਰ ਪਿਆ ਹੋਇਆ ਸਮਾਂ ਕਦੇ ਹੱਥ ਨਹੀਂ ਆਉਂਦਾ। ਅੰਗਰੇਜ਼ੀ ਇੱਕ ਮਹਾਨ ਲੇਖਕ ਕਿਹਾ ਹੈ, ਜੋ ਨਸ਼ਟ ਕਰਦਾ ਹੈ ਸਮਾਂ ਉਸਨੂੰ ਨਸ਼ਟ ਕਰ ਦਿੰਦਾ ਹੈ। ਅਕਸਰ ਸਾਨੂੰ ਸਮੇਂ ਦੇ ਨਿੱਕੇ ਨਿੱਕੇ ਅੰਸ਼ਾਂ ਲਾਭ ਉਠਾਉਣਾ ਚਾਹੀਦਾ ਹੈ। ਸਾਡੀਆਂ ਆਦਤਾਂ ਇਹ ਕਿ ਸਾਡੇ ਖਾਣ ਪੀਣ, ਲੱਗਣ, ਦਫ਼ਤਰ ਜਾਣ ਦਾ, ਪੜ੍ਹਨ ਦਾ ਕੋਈ ਸਮਾਂ ਨਹੀਂ। ਜਦੋਂ ਸਾਡੀ ਕਰਦਾ ਹੈ, ਖਾਣ ਜਾਂਦੇ ਹਾਂ, ਸੌ ਜਾਂਦੇ ਹਾਂ ਜਾਂ ਖੇਡਣ ਲੱਗ ਜਾਂਦੇ ਹਾਂ। ਅਸੀਂ ਵਿਆਹ ਸ਼ਾਦੀ ਦੇ ਮੌਕਿਆਂ ਤੇ ਇਕੱਠੇ ਹੋ ਕੇ ਮਾਰਨ ਲੱਗੇ ਹਨ ਤੇ ਸਮਾਂ ਖਰਾਬ ਕਰਦੇ। ਅਸੀਂ ਆਪਣੇ ਅਤੇ ਦੂਜਿਆਂ ਦੇ ਲਈ ਮੁਸੀਬਤ ਖੜੀ ਕਰ ਦਿੰਦੇ ਹਾਂ।
ਕੰਮ ਸਮੇਂ ਸਿਰ ਕਰਨਾ ਇੱਕ ਅਜਿਹੀ ਆਦਤ ਹੈ ਜਿਸ ਦੀ ਕਦਰ ਇੱਕ ਮਨੁੱਖ ਕਰਦਾ ਹੈ। ਸਮੇਂ ਸਿਰ ਕੰਮ ਕਰਨ ਵਾਲਾ ਵਿਅਕਤੀ ਆਪਣੇ ਵਾਅਦੇ ਦਾ ਪੱਕਾ ਹੈ। ਸਮੇਂ ਸਿਰ ਕੰਮ ਕਰਨਾ ਇੱਕ ਅਜਿਹਾ ਗੁਣ ਜੋ ਦੂਸਰੇ ਗੁਣਾਂ ਦੇ ਨਾਲ ਰਹਿੰਦਾ ਹੈ। ਜੇ ਗੁਣ ਸਾਥ ਛੱਡ ਜਾਣ ਤਾਂ ਦੂਸਰੇ ਗੁਣ ਵੀ ਸਾਥ ਛੱਡ ਦਿੰਦੇ ਹਨ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਦੋਂ ਅਸੀਂ ਫਤਿਹ ਬੁਲਾਈਏ, ਬਹੁਤ ਵਧੀਆ ਬੋਲਿਓ ਜੀ ਤੁਸੀਂ, ਪਰ ਫਤਿਹ ਜਦੋਂ ਆਪਾਂ ਬੁਲਾਈਏ ਉੱਥੇ ਸ਼੍ਰੀ ਨਹੀਂ ਲੱਗਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨੈਕਸਟ ਹੈ ਜੀ ਗਗਨਦੀਪ ਕੌਰ 9418। ਇਹਨਾਂ ਨੂੰ ਬੇਨਤੀ ਆਪਣੀ ਵੀਡੀਓ ਨੂੰ ਔਨ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਜੀ ਤੁਹਾਡੀ ਆਵਾਜ਼ ਆ ਰਹੀ ਹੈ ਜੀ। ਮੈਂ ਸਮਾਂ ਕੁਝ ਬੋਲਣਾ ਚਾਹੁੰਦੀ ਹਾਂ। ਸਮਾਂ ਮੈਮ ਇੱਕ ਵਗਦੇ ਪਾਣੀ ਦੀ ਤਰ੍ਹਾਂ ਹੈ। ਸਾਨੂੰ ਸਮਾਂ ਅਜਿਹੀ ਨਹੀਂ ਗਵਾਉਣਾ ਚਾਹੀਦਾ। ਸਾਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ। ਸਾਨੂੰ ਹਰ ਵੇਲੇ ਸਿਮਰਨ ਕਰਨਾ ਚਾਹੀਦਾ ਹੈ ਤੇ ਗੁਰੂ ਦੇ ਲੇਖੇ ਲਾਉਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਧੰਨਵਾਦ ਜੀ। ਸੋ ਨੈਕਸਟ ਹੈ ਜੀ EPP ਨੰਬਰ 9602 9604। ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਮੈਮ ਆਵਾਜ਼ ਆ ਰਹੀ ਹੈ? ਹਾਂਜੀ ਆ ਰਹੀ ਹੈ ਜੀ। ਮੈਮ ਮੈਂ ਸਮੇਂ ਉੱਤੇ ਬੋਲਣਾ ਚਾਹੁੰਦੀ ਹਾਂ ਕੁਝ ਕੁ ਲਾਈਨਾਂ। ਹਾਂਜੀ ਦੱਸੋ। ਸਮਾਂ ਤੇ ਸਮੁੰਦਰ ਦੀਆਂ ਲਹਿਰਾਂ ਕਦੀ ਕਿਸੇ ਦੀ ਉਡੀਕ ਨਹੀਂ ਕਰਦੀਆਂ। ਸਮਾਂ ਹੀ ਹੈ ਜਿਸ ਨੂੰ ਆਪਾਂ ਰੋਕ ਕੇ ਨਹੀਂ ਰੱਖ ਸਕਦੇ। ਸਮੇਂ ਸਿਰ ਕੀਤਾ ਕੰਮ ਹਮੇਸ਼ਾ ਸਫਲਤਾ ਵੱਲ ਲੈ ਜਾਂਦਾ ਹੈ। ਸਮਾਂ ਵਿਅਰਥ ਕਰਨ ਤੇ ਸਿਰਫ ਪਛਤਾਵਾ ਹੀ ਪੱਲੇ ਰਹਿ ਜਾਂਦਾ ਹੈ। ਸਮੇਂ ਨੂੰ ਵਿਅਰਥ ਨਾ ਕਰੋ ਕਿਉਂਕਿ ਇਹ ਜੀਵਨ ਦਾ ਨਿਰਮਾਣ ਤੱਤ ਹੈ। ਸਮੇਂ ਦਾ ਉਚਿਤ ਪ੍ਰਯੋਗ ਕਰਨਾ ਸਮੇਂ ਨੂੰ ਬਚਾਉਣਾ ਹੈ। ਸਮੇਂ ਦੇ ਨਾਲ ਚੱਲਣ ਵਾਲਾ ਵਿਅਕਤੀ ਕਦੇ ਮਾਰ ਨਹੀਂ ਖਾਂਦਾ। ਸਮੇਂ ਦਾ ਸਹੀ ਲਾਭ ਉਠਾਉਣ ਵਾਲਾ ਸਭ ਤੋਂ ਵੱਡਾ ਧਨੀ ਹੈ। ਸਮਾਂ ਇੱਕ ਵਾਰ ਚਲਾ ਜਾਵੇ ਤਾਂ ਵਾਪਸ ਨਹੀਂ ਆਉਂਦਾ। ਇਸ ਲਈ ਸਮੇਂ ਦੀ ਕਦਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ। 15635 ਨਵਨੂਰ ਕੌਰ ਦੇਵੀਗੜ੍ਹ ਤੋਂ। ਹਾਂਜੀ ਆਪਣੇ ਮਾਈਕ ਨੂੰ ਅਨਮਿਊਟ ਕਰਕੇ ਸਟਾਰਟ ਕਰੋ ਜੀ। Am I audible, ma'am? ਹਾਂਜੀ ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਨਵਨੂਰ ਕੌਰ ਹੈ। ਮੈਂ +2 ਕਲਾਸ में, मेरा EPP नंबर 15635 है। मैं ਸਮੇਂ ਬਾਰੇ ਕਹਿਣਾ ਚਾਹੂੰਗੀ, ਸਮੇਂ ਦੀ ਕਦਰ ਨਹੀਂ ਕਰਾਂਗੇ ਤਾਂ ਸਮਾਂ ਸਾਡੀ ਨਹੀਂ ਕਦਰ ਕਰੇਗਾ। ਜੇ ਅਸੀਂ ਹੁਣ ਪੂਰਾ ਸਾਲ ਨਹੀਂ ਪੜਾਂਗੇ ਤੇ ਐਗਜ਼ਾਮਸ ਕੋਲ ਆ ਕੇ ਕਵਾਂਗੇ ਵੀ ਹਾਏ ਮੈਨੂੰ ਤਾਂ ਕੁਝ ਆਉਂਦਾ ਹੀ ਨਹੀਂ, ਉਹਦਾ ਕੋਈ ਫਾਇਦਾ ਨਹੀਂ ਹੋਊਗਾ। ਆਪਾਂ ਪੂਰਾ ਸਾਲ ਪੜ੍ਹੀਏ ਤਾਂ ਹੀ ਅਸੀਂ ਸਮੇਂ ਦੀ ਕਦਰ ਕਰ ਸਕਾਂਗੇ। ਸਾਨੂੰ ਸਮੇਂ ਦੀ ਹਮੇਸ਼ਾ ਕਦਰ ਕਰਨੀ ਚਾਹੀਦੀ ਹੈ, ਅਸੀਂ ਤਾਂ ਹੀ ਜੀਵਨ 'ਚ ਸਫਲ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜੀ, ਸਾਨੂੰ ਪੂਰਾ ਸਾਲ ਪੜ੍ਹਾਈ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਪੇਪਰਾਂ 'ਚ ਵਧੀਆ ਨੰਬਰ ਲੈ ਸਕੀਏ ਜੀ। ਸੋ ਨੈਕਸਟ ਮੋਗਾ ਤੋਂ ਪਲਕਪ੍ਰੀਤ ਕੌਰ 15936। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਜੀ ਕੀ ਫਤਿਹ। ਮੇਰਾ ਨਾਮ ਪਲਕਪ੍ਰੀਤ ਕੌਰ, ਮੈਂ 9th ਕਲਾਸ ਦੀ ਸਟੂਡੈਂਟ ਹਾਂ, ਮੋਗਾ ਜ਼ੋਨ ਤੋਂ ਹਾਂ ਜੀ। ਮੈਂ ਸਮਾਂ ਦੇ ਬਾਰੇ ਬੋਲਣਾ ਚਾਹੁੰਦੀ ਹਾਂ। ਹਾਂਜੀ। ਇੱਕ ਮੁਹਾਵਰਾ ਆਮ ਹੀ ਬੋਲਿਆ ਜਾਂਦਾ ਕਿ ਅਪਛਤਾਏ ਹੋਤ ਕਿਆ ਜਦ ਚਿੜੀਆ ਨੇ ਚੁੱਗ ਖੇਤ ਲਿਆ। ਕਹਿੰਦੇ ਨੇ ਇੱਕ ਕਿਸਾਨ ਨੇ ਆਪਣੇ ਖੇਤ ਵਿੱਚ ਚੰਗੀ ਤਰ੍ਹਾਂ ਹਲ ਵਾਹ ਕੇ ਜ਼ਮੀਨ ਤਿਆਰ ਕੀਤੀ, ਉਸ ਵਿੱਚ ਮਹਿੰਗੇ ਭਾਅ ਦਾ ਬੀਜ ਤੇ ਖਾਦ ਪਾਈ। ਅਚਾਨਕ ਕਿਸਾਨ ਨੂੰ ਇੱਕ ਕੰਮ ਪੈ ਗਿਆ ਤੇ ਉਹ ਆਪਣੇ ਵੱਡੇ ਲੜਕੇ ਨੂੰ ਕਹਿ ਆਇਆ ਕਿ ਪੁੱਤਰਾ ਆ ਖੇਤ ਵਿੱਚ ਸੁਹਾਗਾ ਮਾਰ ਦੇਵੀਂ ਤਾਂ ਕਿ ਬੀਜ ਢਕਿਆ ਜਾਵੇ। ਵੱਡੇ ਲੜਕੇ ਨੇ ਬੀਜੇ ਹੋਏ ਖੇਤ ਵਿੱਚ 2 ਦਿਨ ਤੱਕ ਸੁਹਾਗਾ ਨਾ ਫੇਰਿਆ, ਭਾਵ ਬੀਜ ਨੂੰ ਨਾ ਢਕਿਆ। ਨਤੀਜਾ ਇਹ ਨਿਕਲਿਆ ਕਿ ਬੀਜੇ ਹੋਏ ਖੇਤ ਨੂੰ ਚਿੜੀਆਂ ਨੇ ਚੁਗ ਲਿਆ, ਖਾਦ ਪਾਈ, ਹਲ ਵਾਇਆ, ਵਿਅਰਥ ਵਿੱਚ ਚਲਾ ਗਿਆ। ਵੱਡੇ ਕਾਕੇ ਨੇ ਸਮੇਂ ਦੀ ਸੰਭਾਲ ਨਾ ਕੀਤੀ, ਆਰਥਿਕ ਨੁਕਸਾਨ ਹੋ ਗਿਆ। ਹੁਣ ਸਾਰੇ ਪਰਿਵਾਰ ਨੂੰ ਪਛਤਾਵਾ ਹੋ ਰਿਹਾ ਹੈ। ਇਸ ਲਈ ਸਾਨੂੰ ਪਛਤਾਉਣ ਦਾ ਕੀ ਫਾਇਦਾ ਜਦੋਂ ਆਪਾਂ ਪਹਿਲਾਂ ਹੀ ਨਹੀਂ ਸਮੇਂ ਦੀ ਕਦਰ ਕਰਨੀ। ਸਾਨੂੰ ਪਹਿਲਾਂ ਹੀ ਸਮੇਂ ਦੀ ਕਦਰ ਕਰਨੀ ਸਿੱਖਣੀ ਚਾਹੀਦੀ ਹੈ। ਇਸ ਲਈ ਕਈ ਵਾਰ ਬੱਚੇ ਸੋਚਦੇ ਹਨ ਕਿ ਚਲੋ ਹੁਣ ਕੀ ਸਾਰਾ ਸਾਲ ਪਿਆ, ਬਾਅਦ ਵਿੱਚ ਪੜ੍ਹ ਲਾਂਗੇ ਜਦੋਂ ਪ੍ਰੀਖਿਆ ਨੇੜੇ ਆਵੇਗੀ। ਇਸ ਲਈ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਸਾਨੂੰ ਜਦੋਂ ਵੀ ਸਾਨੂੰ ਵਰਕ ਦਿੱਤਾ ਜਾਂਦਾ, ਸਾਨੂੰ ਟੀਚਰ ਦਿੰਦੇ ਆ ਤਾਂ ਉਸਨੂੰ ਰੀਡ ਕਰਨਾ ਚਾਹੀਦਾ ਹੈ, ਪੜ੍ਹਨਾ ਚਾਹੀਦਾ ਹੈ, ਸਮਝਣਾ ਚਾਹੀਦਾ ਹੈ ਤਾਂ ਕਿ ਸਾਨੂੰ ਇਸ ਤੋਂ ਬਾਅਦ ਜਦੋਂ ਵੀ ਅਸੀਂ ਜਲਦੀ ਨਾਲ ਪੜ੍ਹਦੇ ਹਾਂ ਤਾਂ ਸਾਡੇ ਪੱਲੇ ਦੇ ਵਿੱਚ ਕੁਛ ਨਹੀਂ ਪੈਂਦਾ, ਸਾਡੀ ਸਮਝ ਦੇ ਵਿੱਚ ਕੁਛ ਨਹੀਂ ਪੈਂਦਾ। ਇਸ ਲਈ ਸਾਡਾ ਸਮਾਂ ਵਿਅਰਥ ਜਾਂਦਾ ਹੈ ਜੋ ਕਿ ਅਸੀਂ ਰੀਡ ਕਰਦੇ ਹਾਂ। ਸਾਨੂੰ ਵਾਹਿਗੁਰੂ ਹਮੇਸ਼ਾ ਗੁਰਬਾਣੀ ਸਮੇਂ ਦੀ ਪਾਬੰਦਤਾ ਕਰਨੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਲਾਸਟ ਹੈ ਵੀਰ ਬਹਾਦਰ ਸਿੰਘ ਜੀ। ਇਸ ਤੋਂ ਬਾਅਦ ਅਸੀਂ ਨੈਕਸਟ ਸੈਸ਼ਨ ਵੱਲ ਵਧਾਂਗੇ ਜੀ। ਹਾਂਜੀ ਵੀਰ ਜੀ।
ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਆਵਾਜ਼ ਆ ਰਹੀ ਹੈ ਭੈਣ ਜੀ? ਹਾਂਜੀ ਧੰਨਵਾਦ ਜੀ। ਸੋ ਬੱਚਿਓ ਬੇਟੇ ਸਾਰੇ ਬੱਚਿਆਂ ਨੇ ਤੁਸੀਂ ਤਕਰੀਬਨ ਆਪਣੇ ਆਪਣੇ ਤਰੀਕੇ ਨਾਲ ਸਮੇਂ ਦੀ ਕਦਰ ਨੂੰ ਬਿਆਨ ਕੀਤਾ ਹੈ। ਵੀ ਇਹ ਆਪਾਂ ਸਿਰਫ ਇਹਨੂੰ ਬਿਆਨ ਕੀਤਾ ਹੈ ਵੀ ਐਂ ਕਰਨਾ ਆਹ ਹੁੰਦਾ ਹੈ ਨਾ, ਪਰ ਇਹਨੂੰ ਆਪਾਂ ਮੰਨਣਾ ਹੈਗਾ, ਇਹਨੂੰ ਜਿਉਣਾ ਹੈਗਾ, ਇਹਨਾਂ ਵਚਨਾਂ ਨੂੰ ਨਾ ਆਪਾਂ ਜਿਉਣ ਵਾਲੇ ਪਾਸੇ ਤੁਰਨਾ। ਸੋ ਸਾਡਾ ਸੁਭਾਅ ਹੈਗਾ ਜੋ ਆਪਾਂ ਕਹਿੰਦੇ ਆ ਉਹ ਕਰਦੇ ਘੱਟ ਆ ਤੇ ਆਪਣੇ ਜੀਵਨ ਚ ਕਮਾਉਣ ਵਾਲੇ ਪਾਸੇ ਆਪਾਂ ਬਹੁਤ ਘੱਟ ਰਹਿੰਦੇ ਹਾਂ। ਸੋ ਕੋਸ਼ਿਸ਼ ਕਰਿਓ ਬੇਟੇ, ਮੈਂ ਅੱਜ ਵੀ ਤੁਹਾਨੂੰ ਦੱਸਦਾ, ਮੈਂ ਆਪਣਾ ਅੱਜ ਵੀ ਟਾਈਮ ਟੇਬਲ ਬਣਾਇਆ ਹੋਇਆ ਹੈ। ਸੁਭਾਅ ਕੀ ਹੈ ਜੀ, ਸਾਰੇ ਬੱਚਿਆਂ ਦੇ ਹੀ ਹੈ ਇਹ ਨਹੀਂ ਵੀ ਇੱਕ ਬੱਚੇ ਲਈ ਵੀ ਜਾਂ ਤਾਂ ਆਪਾਂ ਖੇਡਣ ਹੀ ਲੱਗ ਜਾਂਦੇ ਆ। ਜੇ ਆਪਾਂ ਸੌਂਗੇ, ਪਹਿਲੀ ਗੱਲ ਆਪਾਂ ਸੌਣਾ ਨਹੀਂ, ਜੇ ਆਪਾਂ ਸੌਂਗੇ ਫਿਰ ਹੋ ਸਕਦਾ ਆਪਾਂ ਨੂੰ ਮੰਮੀ ਡੈਡੀ ਨੂੰ ਕਾਫੀ ਬੋਲ ਕੇ ਸਾਨੂੰ ਉਠਾਉਣਾ ਪਵੇ। ਖੇਡਣ ਪਹਿਲੀ ਗੱਲ ਬਾਹਰ ਨਹੀਂ ਜਾਣਾ, ਜੇ ਖੇਡਣ ਚਲੇ ਗਏ ਆਵਾਜ਼ਾਂ ਮਾਰ ਕੇ ਵਾਪਸ ਬੁਲਾਉਣੇ ਪੈਂਦੇ ਆ। ਟੀਵੀ ਦੇਖਣਾ ਨਹੀਂ, ਜੇ ਦੇਖਣ ਲੱਗੇ ਤਾਂ ਹਟਣਾ ਨਹੀਂ। ਮੋਬਾਈਲ ਤੇ ਲੱਗੇ ਤਾਂ ਥਾਲ ਦੇ ਵਿੱਚ ਪਈ ਰੋਟੀ, ਗਲਾਸ 'ਚ ਪਈ ਚਾਹ ਠੰਡੀ ਹੋ ਗਈ, ਆਵਾਜ਼ਾਂ ਮੰਮੀ ਡੈਡੀ ਮਾਰ ਰਹੇ ਨੇ। ਸੋ ਕੋਸ਼ਿਸ਼ ਕਰੋ ਬੇਟੇ, ਆਪਣਾ ਟਾਈਮ ਟੇਬਲ ਬਣਾਓ ਵੀ ਮੀਂਹ ਹੈ, ਹਨੇਰੀ ਹੈ, ਮੈਂ ਸਵੇਰੇ ਇੰਨੇ ਵਜੇ ਉੱਠਣਾ ਹੀ ਹੈ, ਚਾਹੇ ਸੰਡੇ ਹੈ ਚਾਹੇ ਕੋਈ ਵੀ ਦਿਨ ਹੈ। ਰੁਟੀਨ ਬਣਾਓ ਆਪਣੀ, ਉਹ ਤੁਹਾਡੀ ਹੈਬਿਟ ਤੁਹਾਨੂੰ ਬਹੁਤ ਅੱਗੇ ਲੈ ਜਾਏਗੀ ਬੇਟੇ। ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਜਿਹੜਾ ਸੁਭਾਅ ਹੈ ਤਾਂ ਤੁਸੀਂ ਕਿਤੇ ਵੀ ਲੇਟ ਨਹੀਂ ਹੋਵੋਗੇ। ਕਿਸੇ ਵੀ ਬੇਟੇ ਤੁਸੀਂ ਜੌਬ ਤੇ ਜਾਓ, ਘਰ ਦੇ ਵਿੱਚ ਦੇਖੋ, ਆਪਣੇ ਘਰਾਂ 'ਚ ਕਈ ਵਾਰ ਕੀ ਹੁੰਦਾ ਹੈ ਵੀ ਸਵੇਰੇ ਆਪਾਂ ਕਈ ਵਾਰ ਲੇਟ ਹੋ ਜਾਂਦੇ ਆ। ਪਰਿਵਾਰ ਦੇ ਮੈਂਬਰ ਵੀ ਮੰਨ ਲਓ ਸਿਆਲ ਦੇ ਵਿੱਚ ਜਾਂ ਗਰਮੀ ਦੇ ਵਿੱਚ ਸਵੇਰੇ ਠੰਡ ਹੁੰਦੀ, ਕਈ ਵਾਰ ਹੁੰਦੀ ਹੈ ਨਾ, ਲੇਟ ਹੋ ਗਏ। ਜਦੋਂ ਆਪਾਂ ਉੱਠ ਖੜੇ ਉਦੋਂ ਬਾਅਦ ਐਕਸ਼ਨ ਕਰੋ ਵੀ ਭੱਜ ਭੱਜ ਕੇ ਕੰਮ ਨਿਬੇੜੋ ਆਪਣੇ। ਸਭ ਤੋਂ ਵੱਡੀ ਗੱਲ ਹੈ ਜਿਹੜੀ ਬੇਟੇ ਜ਼ਿੰਦਗੀ ਦੇ ਵਿੱਚ, ਜਿਹੜੇ ਮਨੁੱਖ ਨੇ ਆਪਣਾ ਸਮੇਂ ਦਾ ਪਾਬੰਦ ਬਣ ਗਿਆ ਨਾ, ਉਹਦੀ ਕਿਤੇ ਵੀ ਇਨਸਲਟ ਨਹੀਂ ਹੋਣੀ। ਕਲਾਸ ਦੇ ਵਿੱਚ ਵੇਖਿਓ ਤੁਸੀਂ, ਅੱਜ ਵੀ ਜਿਹੜੀ ਆਪਣੀ ਇਹ ਕਲਾਸ ਲੱਗ ਰਹੀ ਹੈ ਹੁਣ, ਕਈ ਬੱਚੇ ਇਹਦੇ 'ਚ ਵੀ ਲੇਟ ਪਹੁੰਚਦੇ ਆ, ਕਈ ਲੇਟ ਪਹੁੰਚੇ ਤੇ ਪਹਿਲਾਂ ਚਲੇ ਗਏ। ਕਿੱਥੋਂ ਗੱਲ ਸ਼ੁਰੂ ਹੋਈ ਸੀ, ਕੀ ਟੌਪਿਕ ਸੀ, ਕੰਪਲੀਟ ਗੱਲ ਕੀ ਹੈ। ਸੋ ਕੋਸ਼ਿਸ਼ ਕਰੋ ਬੇਟੇ, ਆਪਣਾ ਟਾਈਮ ਟੇਬਲ ਬਣਾਓ ਤੇ ਤੁਹਾਨੂੰ ਬਹੁਤ ਸਾਥ ਦੇਗਾ। 50% ਪ੍ਰੋਬਲਮਾਂ ਸਾਡੀਆਂ ਟਾਈਮ ਟੇਬਲ ਬਣਾਉਣ ਨਾਲ ਹੱਲ ਹੋ ਜਾਣਗੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਧੰਨਵਾਦ ਵੀਰ ਜੀ ਦਾ। ਬੱਚਿਆਂ ਦੇ ਹੈਂਡ ਦੁਬਾਰਾ ਰੇਜ਼ ਹੋ ਰਹੇ ਨੇ, ਸੋ ਇੱਕ ਸਟੂਡੈਂਟ ਅਸੀਂ ਹੋਰ ਲੈਣਾ ਹੈ ਜੀ, EPP ਨੰਬਰ 15087। ਮੈਂ ਬੇਨਤੀ ਕਰਾਂਗੀ ਪਹਿਲਾਂ ਆਪਣੀ ਵੀਡੀਓ ਨੂੰ ਔਨ ਕਰਨਗੇ। ਹਾਂਜੀ, ਮਾਈਕ ਨੂੰ ਅਨਮਿਊਟ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਸੈਕਿੰਡ ਮੈਂ ਸਮੇਂ ਦੀ ਕਦਰ ਬਾਰੇ ਬੋਲਣਾ ਚਾਹੁੰਦੀ ਹਾਂ। ਹਾਂਜੀ ਦੱਸੋ ਜੀ। ਮੈਮ, ਜਿਵੇਂ ਭਾਈ ਵੀਰ ਜੀ ਨੇ ਲਿਖਿਆ ਹੈਗਾ ਆਪਣੀ ਕਵਿਤਾ 'ਚ, ਸਮੇਂ ਦੀ ਕਦਰ ਬਾਰੇ ਵੀ ਸਾਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ। ਵੀ ਨਾ, ਜੇਕਰ ਸਮੇਂ ਦੀ ਕਦਰ ਨਹੀਂ ਕਰਦੇ ਹੈਗੇ ਤਾਂ ਅਸੀਂ ਆਪਣੀ ਮੰਜ਼ਿਲ ਨਹੀਂ ਪ੍ਰਾਪਤ ਕਰ ਸਕਦੇ। ਬਿਲਕੁਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ। ਸੋ ਗੁਰਨੂਰ ਕੌਰ 12743, ਬੇਨਤੀ ਹੈ ਜੀ ਆਪਣੇ ਮਾਈਕ ਨੂੰ ਅਨਮਿਊਟ ਕਰੋ ਜੀ। ਅਸੀਂ 2-4 ਮਿੰਟ ਦੇ ਵਿੱਚ ਹੀ ਅਗਲੇ ਸੈਸ਼ਨ ਨਾਲ ਵਧਾਂਗੇ। ਮੈਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਮ, ਐਮ ਆਈ ਆਡੀਬਲ? ਮੈਮ, ਮੈਂ ਸਮੇਂ ਬਾਰੇ ਕੁਝ ਕਹਿਣਾ ਚਾਹਾਂਗੀ ਕਿ ਜਿਵੇਂ ਕਿ ਕਹਿੰਦੇ ਹਨ ਕਿ ਸਮੇਂ ਨੂੰ ਆਪਾਂ ਅੱਗੋਂ ਪਿੱਛੋਂ ਨਹੀਂ ਫੜ ਸਕਦੇ, ਉਹਦੇ ਬਾਲ ਅੱਗੇ ਹੁੰਦੇ ਹਨ। ਤਾਂ ਜੇਕਰ ਅਸੀਂ ਪਾਸਟ ਨੂੰ ਪਿੱਛੇ ਛੱਡ ਕੇ ਫਿਊਚਰ ਬਾਰੇ ਸੋਚਾਂਗੇ ਤਾਂ ਸਾਡੇ ਲਈ ਉਹ ਬੈਟਰ ਹੋਊਗਾ, ਕਿਉਂਕਿ ਅੱਗੇ ਬਾਰੇ ਸੋਚਾਂਗੇ ਕਿ ਅਸੀਂ ਅੱਗੇ ਕੀ ਕਰਨਾ ਤੇ ਅਸੀਂ ਅੱਜ ਕੀ ਕਰ ਰਹੇ ਹਾਂ, ਅਸੀਂ ਸਹੀ ਕਰ ਰਹੇ ਹਾਂ ਜਾਂ ਗਲਤ, ਫਿਰ ਹੀ ਅਸੀਂ ਫਿਊਚਰ ਦੇ ਵਿੱਚ ਕੁਛ ਬਣ ਸਕਦੇ ਹਾਂ। ਜੇ ਅਸੀਂ ਪਾਸਟ ਬਾਰੇ ਸੋਚਦੇ ਰਹਾਂਗੇ ਤਾਂ ਅਸੀਂ ਪਾਸਟ ਵਿੱਚ ਹੀ ਰਹਿ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਧੰਨਵਾਦ ਜੀ। ਸਾਰੇ ਵਿਦਿਆਰਥੀਆਂ ਦਾ ਅਸੀਂ ਹੋਰ ਸਟੂਡੈਂਟਸ ਨਹੀਂ ਲੈ ਸਕਾਂਗੇ, ਪਰ ਇੱਕ ਗੱਲ ਹੈ, ਅੱਜ ਅਸੀਂ ਸਾਰਿਆਂ ਨੇ ਸੁਣਿਆ ਵੀ ਹੈ ਕਿ ਸਮੇਂ ਦੀ ਕਦਰ ਕਰੀਏ। ਸੋ ਇਹ ਸਾਨੂੰ ਵਾਹਿਗੁਰੂ ਜੀ ਨੇ ਸਮਾਂ ਦਿੱਤਾ। ਕਈ ਕਹਿੰਦੇ ਨੇ ਨਾ ਕਰੋਨਾ ਕਰਕੇ ਵੀ ਅਸੀਂ ਪਰੇਸ਼ਾਨ ਹੋ ਰਹੇ ਹਾਂ, ਕੁਛ ਹੋ ਰਿਹਾ। ਵਾਹਿਗੁਰੂ ਜੀ ਨੇ ਸਾਨੂੰ ਇੱਕ ਸਮਾਂ ਦਿੱਤਾ ਕਿ ਅਸੀਂ ਆਪਣੇ ਆਪ ਦੇ ਵਿੱਚ ਜੋ ਸਾਡੀਆਂ ਕਮੀਆਂ ਨੇ ਉਹਨਾਂ ਨੂੰ ਦੂਰ ਕਰ ਸਕੀਏ। ਸੋ ਇਹ ਕਲਾਸਿਸ ਲਗਾ ਕੇ ਅਸੀਂ ਬੜਾ ਕੁਝ ਸਿੱਖ ਰਹੇ ਹਾਂ ਤੇ ਕੋਸ਼ਿਸ਼ ਇਹ ਕਰੀਏ ਇਕੱਲਾ ਸਿੱਖਣਾ ਨਹੀਂ ਹੈ, ਸਿੱਖ ਕੇ ਇਹਨੂੰ ਅਮਲ ਵਿੱਚ ਵੀ ਲੈ ਕੇ ਆਉਣਾ। ਸੋ ਬਹੁਤ ਧੰਨਵਾਦ ਸਾਰੇ ਹੀ ਵਿਦਿਆਰਥੀਆਂ ਦਾ। ਸੋ ਹੁਣ ਆਓ ਆਪਣਾ ਨੈਕਸਟ ਸੈਸ਼ਨ ਜੋ ਇੰਗਲਿਸ਼ ਦੀ ਕਲਾਸ ਹੈ ਉਹ ਅਸੀਂ ਸਟਾਰਟ ਕਰਦੇ ਹਾਂ ਜੀ। ਮੈਮ ਕੁਲਵੰਤ ਕੌਰ ਜੀ ਇੰਗਲਿਸ਼ ਦੀ ਕਲਾਸ ਦਾ ਸੈਸ਼ਨ ਲੈਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੈਰੀ ਗੁੱਡ ਈਵਨਿੰਗ ਟੂ ਆਲ ਆਫ ਯੂ। ਇੱਕ ਕੋਟ ਮੈਂ ਵੀ ਦੱਸਣਾ ਚਾਹੁੰਦੀ ਹਾਂ, ਅ ਸਟਿਚ ਇਨ ਟਾਈਮ ਸੇਵਸ 9। ਵੈਸੇ ਬੱਚੀ ਨੇ ਦੱਸਿਆ ਸੀਗਾ, ਤੇ ਬੱਚੋ ਇਹ ਤੁਸੀਂ ਅਗਰ ਇਸ ਪ੍ਰੋਵਰਬ ਨੂੰ ਸੋਚੋਗੇ, a stitch in time saves 9,
ਕੀ ਕੋਈ ਮੈਨੂੰ ਇਹਦਾ ਮੀਨਿੰਗ ਦੱਸ ਸਕਦਾ? ਸੇਵਸ 9 ਇਹਦਾ ਕੀ ਮਤਲਬ ਹੋਇਆ? ਤੁਸੀਂ ਚੈਟ ਬਾਕਸ ਵਿੱਚ ਭਾਵੇਂ ਲਿਖ ਕੇ ਦੇ ਸਕਦੇ ਹੋ। ਅ ਸਟਿਚ ਇਨ ਟਾਈਮ ਸੇਵਸ 9 ਇਹਦਾ ਕੀ ਮਤਲਬ ਹੋਇਆ ਜੇ ਅਗਰ ਅਸੀਂ ਇਹਦਾ ਸ਼ਾਬਦਿਕ ਅਰਥ ਕਰੀਏ? ਕੋਈ ਮੈਨੂੰ ਚੈਟ ਬਾਕਸ 'ਚ ਜੇ ਦੱਸ ਸਕੇ ਤਾਂ। ਨਹੀਂ, ਟਾਈਮ ਨਾਲ ਕੰਮ ਤਾਂ ਠੀਕ ਹੈ, ਇਹਦਾ ਜਿਹੜਾ ਮੀਨਿੰਗ ਉਹ ਇਹੀ ਹੈ ਕਿ ਅਸੀਂ ਟਾਈਮ ਨਾਲ ਕੰਮ ਕਰੀਏ, ਪਰ ਹੁੰਦਾ ਨਾ ਜੇ ਅਸੀਂ ਇਸ ਪ੍ਰੋਵਰਬ ਦਾ ਪੂਰਾ ਮੀਨਿੰਗ ਦਸੀਏ, ਅ ਸਟਿਚ ਇਨ ਟਾਈਮ ਸੇਵਸ 9 ਦਾ ਇੱਥੇ ਕੀ ਮਤਲਬ ਹੈ? ਬੱਚੇ ਕਹਿ ਰਹੇ हैं प्लीज रिपीट। अ स्टिच इन टाइम सेव्स 9। अ स्टिच इन टाइम सेव्स 9। हाँ जी, टाइम ते काम करना ਤਾਂ ਇਸ ਪ੍ਰੋਵਰਬ ਦਾ ਮੀਨਿੰਗ ਹੈ, ਪਰ ਜੇ ਅਸੀਂ ਇਹਦੇ ਸ਼ਬਦਾਂ ਦੇ ਅਰਥ ਕਰੀਏ ਤਾਂ ਸੇਵਸ 9 ਦਾ ਕੀ ਮਤਲਬ ਹੁੰਦਾ ਹੈ? हाँ जी, बिल्कुल ठीक। ਇੱਥੇ ਕਿਸੇ ਨੇ ਕਿਹਾ ਟਾਂਕੇ 9 ਦੀ ਬਚਤ ਕਰਦਾ ਹੈ। ਇਹ ਬਿਲਕੁਲ ਸਹੀ ਹੈ ਕਿ ਅਗਰ ਅਸੀਂ ਸਟਿਚ ਹੁੰਦਾ ਟਾਂਕਾ, अगर एक टांका असी टाइम ते ला दांगे ना तो आने वाले टाइम च अगर जी नहीं लगावांगे ना, टांका एक खुल जाएगा, फिर दूसरा, तीसरा, चौथा, फिर हो सकता है सानू 9 टांके लगाने पैण। सो इहदा ये मीनिंग है अ स्टिच इन टाइम सेव्स 9। थैंक यू सो मच इन्ने वधिया विचार साडे नाल शेयर करन लई। हुण मैं स्क्रीन शेयर करांगी अपनी। अज मैं एक बहुत छोटा जिहा वर्ड बट BUT बट ਇਹਦੇ ਬਾਰੇ ਗੱਲ ਕਰਨਾ ਚਾਹਾਂਗੀ ਕਿ ਅਸੀਂ ਇਹਦੀ ਕਿੱਦਾਂ ਯੂਜ਼ੇਜ ਕਰਦੇ ਹਾਂ। ਜਿਵੇਂ ਸਾਨੂੰ ਪਤਾ ਹੀ ਹੈ ਕਿ ਬਟ ਦਾ ਮੀਨਿੰਗ ਹੁੰਦਾ ਹੈ ਪਰੰਤੂ। he came but his sister did not। ਉਹ ਤਾਂ ਆਇਆ ਪਰੰਤੂ ਉਹਦੀ ਸਿਸਟਰ ਨਹੀਂ ਆਈ, ਤਾਂ ਬਟ ਅਸੀਂ ਪਰੰਤੂ ਦੀ ਤਰ੍ਹਾਂ ਯੂਜ਼ ਕਰਦੇ ਹਾਂ। ਬਟ ਨੂੰ ਅਸੀਂ ਇੱਕ ਹੋਰ ਤਰੀਕੇ ਨਾਲ ਵੀ ਯੂਜ਼ ਕਰ ਸਕਦੇ ਹਾਂ। ਸੋ ਅੱਜ ਅਸੀਂ ਉਹ ਯੂਜ਼ੇਜ ਕਰਾਂਗੇ, ਔਰ ਇਹ ਸਪੋਕਨ ਇੰਗਲਿਸ਼ ਦੇ ਵਿੱਚ ਇਸ ਤਰ੍ਹਾਂ ਬਟ ਦੀ ਇਹ ਯੂਜ਼ੇਜ ਹੈ, ਇਹ ਵੀ ਬਹੁਤ ਕੀਤੀ ਜਾਂਦੀ ਹੈ। ਸੋ ਬਟ ਦਾ ਇੱਕ ਹੋਰ ਮਤਲਬ ਵੀ ਹੁੰਦਾ ਹੈ ਇਸ ਤੋਂ ਇਲਾਵਾ, ਇਸ ਤੋਂ ਇਲਾਵਾ। ਸੋ ਮਾਈ ਫਰਸਟ ਸੈਂਟੈਂਸ ਇਜ਼ he can't but speak the truth। he can't but speak the truth। ਇਹਦਾ ਮਤਲਬ ਹੈ ਉਸ ਕੋਲ ਸੱਚ ਬੋਲਣ ਤੋਂ ਇਲਾਵਾ ਕੋਈ ਰਸਤਾ ਨਹੀਂ ਹੈ। ਉਹ ਸੱਚ ਬੋਲਣ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦਾ, ਯਾਨੀ ਉਹਨੂੰ ਸੱਚ ਬੋਲਣਾ ਹੀ ਪੈਣਾ ਹੈ। he can't but speak the truth। can't ਸਕਣਾ, cannot ਉਹ ਨਹੀਂ ਕਰ ਸਕਦਾ, but ਮਤਲਬ ਇੱਥੇ ਕੀ ਹੈ? ਇਸ ਤੋਂ ਇਲਾਵਾ, ਯਾਨੀ ਉਹ ਸੱਚ ਬੋਲਣ ਤੋਂ ਇਲਾਵਾ ਤਾਂ ਕੁਝ ਕਰ ਹੀ ਨਹੀਂ ਸਕਦਾ। he can't but speak the truth। ਉਹ ਸੱਚ ਬੋਲਣ ਤੋਂ ਇਲਾਵਾ ਕੁਝ ਨਹੀਂ ਕਰ ਸਕਦਾ, ਤੇ ਇਡੀਓਮੈਟਿਕਲੀ ਅਸੀਂ ਕਹਿ ਸਕਦੇ ਹਾਂ ਕਿ ਉਸ ਕੋਲ ਸੱਚ ਬੋਲਣ ਤੋਂ ਇਲਾਵਾ कोई चारा नहीं है। They can't but take out a procession on the road। they can't but take out a procession on the roads। procession ਦਾ ਮਤਲਬ ਹੁੰਦਾ ਹੈ proceed ਕਰਨਾ ਇੱਕ ਜਲੂਸ ਦੀ ਸ਼ਕਲ ਦੇ ਵਿੱਚ। ਸੋ procession ਨੂੰ ਅਸੀਂ ਇੱਕ ਜਲੂਸ ਕਹਿ ਸਕਦੇ ਹਾਂ, ਜਦੋਂ ਸਾਰੇ ਇਕੱਠੇ ਹੋ ਕੇ ਅੱਗੇ ਵੱਲ ਵਧਦੇ ਹੈ ਜਲੂਸ ਦੀ ਫਾਰਮ ਦੇ ਵਿੱਚ, that is called procession। ਤੁਸੀਂ proceed ਤੋਂ ਇਹ word ਨੂੰ ਯਾਦ ਰੱਖ ਸਕਦੇ ਹੋ। proceed ਮਤਲਬ ਅੱਗੇ ਵਧਣਾ, to move forward। they can't but take out। ਹੁਣ take out a procession ਮਤਲਬ procession ਨਿਕਾਲਣਾ, ਜਲੂਸ ਨਿਕਾਲਣਾ। ਉਹਨਾਂ ਕੋਲ ਰੋਡ ਦੇ ਉੱਪਰ procession ਨਿਕਾਲਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ, ਯਾਨੀ ਕਿ ਉਹਨਾਂ ਨੂੰ ਉਹ ਇਸ ਤੋਂ ਇਲਾਵਾ ਤਾਂ ਕੁਝ ਕਰ ਹੀ ਨਹੀਂ ਸਕਦੇ, ਉਹਨਾਂ ਨੂੰ ਜਲੂਸ ਨਿਕਾਲਣਾ ਪਿਆ। they can't but take out a procession on the road। ਉਹਨਾਂ ਕੋਲ ਰੋਡ ਤੇ procession ਨਿਕਾਲਣ ਤੋਂ ਇਲਾਵਾ ਉਹ ਕੁਝ ਨਹੀਂ ਸੀ ਕਰ ਸਕਦੇ। ਸੋ but here means ਤੋਂ ਇਲਾਵਾ। ਥਰਡ, ਗਵਰਨਮੈਂਟ। ਇਹਨੂੰ ਕੀ ਬੋਲਣਾ ਹੈ? ਗਵਰਨਮੈਂਟ। ਇਹਦੇ ਵਿੱਚ n ਸਾਇਲੈਂਟ ਹੈ। ਗਵਰਨਮੈਂਟ can't but repeal or revoke the law। government can't but repeal or revoke this law। repeal ਦਾ ਮਤਲਬ ਹੁੰਦਾ ਹੈ ਜਾਂ revoke ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਨੂੰ ਖਤਮ ਕਰਨਾ ਜਾਂ ਰੱਦ ਕਰਨਾ। repeal or revoke। ਇਹ ਜਿਹੜੇ ਬੱਚੇ law ਪੜ੍ਹਨਗੇ ਨਾ, ਜਾਂ ਕਾਮਰਸ ਵਾਲੇ ਸਟੂਡੈਂਟਸ ਹੈ ਜਿਨ੍ਹਾਂ ਨੇ ਕਮਰਸ਼ੀਅਲ law ਪੜ੍ਹਿਆ ਹੋਇਆ ਹੈ,
ਉਹਦੇ ਵਿੱਚ ਰਿਵੋਕ ਔਰ ਰਿਪੀਲ ਵਰਡ ਬਹੁਤ ਆਉਂਦਾ ਹੈ। ਸੋ ਰਿਵੋਕ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਨੂੰ ਰੱਦ ਕਰਨਾ, ਵੀ ਕਿਸੇ ਦੇ ਅਸੀਂ ਪ੍ਰੋਮਿਸ ਨੂੰ ਰਿਵੋਕ ਕਰਤਾ, ਤੋੜ ਦਿੱਤਾ, ਉਸ ਨੂੰ ਰੱਦ ਕਰ ਦਿੱਤਾ। ਸੋ ਗਵਰਨਮੈਂਟ ਕਾਂਟ ਬਟ ਰਿਪੀਲ ਔਰ ਰਿਵੋਕ ਦ law. law means ਕਾਨੂੰਨ, law। ਸਰਕਾਰ ਕੋਲ ਇਸ ਕਾਨੂੰਨ ਨੂੰ ਰੱਦ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਸਰਕਾਰ ਇਸ ਕਾਨੂੰਨ ਨੂੰ ਰੱਦ ਕਰਨ ਤੋਂ ਸਿਵਾ ਹੋਰ ਕੁਝ ਵੀ ਨਹੀਂ ਸੀ ਕਰ ਸਕਦੀ। ਗਵਰਨਮੈਂਟ ਚਾਰਾ ਨਹੀਂ ਹੈ, ਸੌਰੀ ਨਹੀਂ ਹੈ, ਆਪਾਂ ਗੱਲ ਕਰ ਰਹੇ ਹਾਂ ਕੈਨ। ਸਰਕਾਰ ਕੋਲ ਇਸ ਲਾਅ ਨੂੰ ਰੱਦ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ। ਸੋ ਉਸਨੂੰ ਹੋਰ ਕੁਝ ਕਰ ਹੀ ਨਹੀਂ ਸਕਦੀ ਸਰਕਾਰ। Government can't but repeal or revoke this law. You can't but say something. ਤੁਹਾਡੇ ਕੋਲ ਬੋਲਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ, ਯਾਨੀ ਕਿ ਤੁਸੀਂ ਹੁਣ ਬੋਲਣ ਤੋਂ ਸਿਵਾ ਹੁਣ ਕੁਝ ਨਹੀਂ ਕਰ ਸਕਦੇ, ਤੁਹਾਨੂੰ ਬੋਲਣਾ ਹੀ ਪੈਣਾ ਹੈ। You can't but say something. So can't but ਮਤਲਬ ਇਸ ਤੋਂ ਇਲਾਵਾ ਹੁਣ ਤੁਸੀਂ ਕੁਝ ਨਹੀਂ ਕਰ ਸਕਦੇ। So but ਦਾ meaning ਇੱਥੇ ਕੀ ਹੋ ਗਿਆ? ਤੋਂ ਇਲਾਵਾ। You can't but say something. ਹੁਣ ਤੁਹਾਨੂੰ ਕੁਝ ਬੋਲਣਾ ਹੀ ਪੈਣਾ ਹੈ, ਤੁਸੀਂ ਬੋਲਣ ਤੋਂ ਸਿਵਾ ਹੋਰ ਕੁਝ ਨਹੀਂ ਕਰ ਸਕਦੇ, ਕੋਈ ਚਾਰਾ ਨਹੀਂ ਹੈ। They can't but accept the defeat. Accept ਹੁੰਦਾ ਹੈ ਸਵੀਕਾਰ ਕਰਨਾ, defeat ਹੁੰਦੀ ਹੈ ਹਾਰ। ਹਾਰ, ਜਦੋਂ ਤੁਸੀਂ ਹਾਰ ਜਾਂਦੇ ਹੋ, ਕੋਈ ਮੈਚ ਹਾਰ ਗਏ ਜਾਂ ਕਿਸੇ ਗੱਲ ਵਿੱਚ ਹਾਰ ਗਏ, ਹਾਰ। defeat ਦਾ opposite ਹੁੰਦਾ ਹੈ victory, victory। victory ਹੁੰਦੀ ਹੈ ਜਿੱਤ and defeat ਹੁੰਦੀ ਹੈ ਹਾਰ। ਉਹਨਾਂ ਕੋਲ ਹਾਰ ਨੂੰ ਸਵੀਕਾਰ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ। ਉਹਨਾਂ ਕੋਲ ਉਹਨਾਂ ਨੂੰ ਆਪਣੀ ਹਾਰ ਸਵੀਕਾਰ ਕਰਨੀ ਪੈਣੀ ਹੈ, ਇਸ ਤੋਂ ਬਿਨਾਂ ਉਹ ਕੁਝ ਨਹੀਂ ਕਰ ਸਕਦੇ। ਉਹਨਾਂ ਕੋਲ ਆਪਣੀ ਹਾਰ ਨੂੰ ਸਵੀਕਾਰ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ। ਹੁਣ ਇੱਥੇ ਆ ਕੇ ਕੈਨ ਦੀ ਜਗ੍ਹਾ ਅਸੀਂ could ਲਗਾ ਦਿੱਤਾ। ਇਹਦਾ ਮਤਲਬ ਅਸੀਂ ਇਹ ਗੱਲ ਪਾਸਟ ਦੀ ਕਰ ਰਹੇ ਹਾਂ। We couldn't but stand. ਸਾਡੇ ਕੋਲ ਉੱਥੇ ਖੜੇ ਰਹਿਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ, ਅਸੀਂ ਖੜਨ ਤੋਂ ਇਲਾਵਾ ਕੁਝ ਕਰ ਹੀ ਨਹੀਂ ਸਕਦੇ। ਠੀਕ ਹੈ, we could not ਜਾਂ we couldn't but stand. ਅਸੀਂ ਖੜੇ ਹੋਣ ਤੋਂ ਇਲਾਵਾ ਹੋਰ ਕੁਝ ਨਹੀਂ ਸੀ ਕਰ ਸਕਦੇ, ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਸੀ। He couldn't but sing a song. ਉਸ ਕੋਲ ਗਾਣਾ ਗਾਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ, ਉਹ ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ ਕਰ ਸਕਦਾ। He couldn't but sing a song. ਉਸ ਕੋਲ ਗਾਣਾ ਗਾਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਤਾਂ ਜਦੋਂ ਅਸੀਂ can ਦੇ ਨਾਲ but ਲਗਾ ਦਿੰਦੇ ਹਾਂ, can't but, could not but, couldn't but, ਤਾਂ ਇਹਦਾ ਮਤਲਬ ਹੈ ਇਸ ਤੋਂ ਇਲਾਵਾ ਕੁਝ ਨਾ ਕਰ ਸਕਣਾ, ਕੁਝ ਨਾ ਕਰ ਸਕਣਾ। ਸੋ ਇਹ but ਦੀ ਬੜੀ ਇੰਟਰਸਟਿੰਗ ਜੀ ਯੂਜ਼ੇਜ ਸੀਗੀ। ਇੱਕ ਹੈ ਹੋਰ but ਦਾ ਯੂਜ਼ੇਜ ਹੈ, but ਦੇ ਨਾਲ ਜਦੋਂ ਅਸੀਂ for ਲਗਾ ਦਿੰਦੇ ਹਾਂ, FOR, for, ਇਹਦਾ ਮਤਲਬ ਹੁੰਦਾ ਹੈ ਲਾਈਕ but for money he will fail in life। ਹੁਣ but for ਦਾ meaning ਹੁੰਦਾ ਹੈ without। Please note it down. But for means without. Without money he will fail in life. But for study he will fail in life. But for love he can't do anything in life. यानी कि but for means without, money तो बिना, पैसे तो बिना वो जिंदगी विच fail हो जाएगा। So here but for means without. I'll give you some more examples relating to this. But for your permission he cannot go abroad. He cannot go abroad. Abroad ਹੁੰਦਾ ਹੈ ਤੁਹਾਡੇ ਦੇਸ਼ ਤੋਂ ਬਾਹਰ, ਵਿਦੇਸ਼ ਵਿੱਚ। ਤੁਹਾਡੀ ਪਰਮਿਸ਼ਨ ਤੋਂ ਬਿਨਾ, ਸੋ but for ਮਤਲਬ without, ਬਿਨਾ। Without your permission, but for your permission he cannot go abroad. ਤੁਹਾਡੀ ਪਰਮਿਸ਼ਨ ਤੋਂ ਬਿਨਾ ਉਹ ਵਿਦੇਸ਼ ਨਹੀਂ ਜਾ ਸਕਦਾ। But for your permission he cannot go abroad. ਤੁਹਾਡੀ ਪਰਮਿਸ਼ਨ ਤੋਂ ਬਿਨਾ ਉਹ ਵਿਦੇਸ਼ ਨਹੀਂ ਜਾ ਸਕਦਾ। But for practice they will lose the match. Now I think it is more clear now कि
अगर प्रैक्टिस नहीं करेंगे मींस विदाउट प्रैक्टिस दे विल लूज द मैच। ਇੱਥੇ ਬੱਚੇ ਇੱਕ ਗੱਲ ਧਿਆਨ ਰੱਖਣੀ ਹੈ, LOSE ਲੂਜ਼ ਹੁੰਦਾ ਹੈ ਹਾਰਨਾ, ਲੂਜ਼। ਇੱਕ ਲੂਜ਼ ਅਸੀਂ ਹੋਰ ਯੂਜ਼ ਕਰਦੇ ਹਾਂ, ਉਹ ਮੈਨੂੰ ਹੁਣੇ ਹੀ ਧਿਆਨ ਹੈ, LOOSE ਲੂਜ਼, ਉਹ ਸੱਸੇ ਨਾਲ ਹੈ, ਇਹ ਜ਼ ਨਾਲ ਹੈ, ਲੂਜ਼। ਹੁੰਦਾ LOOSE ਲੂਜ਼। ਜਿਵੇਂ ਲੂਜ਼ ਦਾ ਮਤਲਬ ਹੈ ਮੇਰਾ ਸੂਟ ਲੂਜ਼ ਹੋ ਗਿਆ, ਅਸੀਂ ਕਹਿ ਦਿੰਦੇ ਆ ਨਾਰਮਲੀ ਅਸੀਂ ਕੀ ਬੋਲਦੇ ਆ, ਮੇਰੀ ਡਰੈਸ ਹੈ ਲੂਜ਼ ਹੋ ਗਈ, ਉਹ ਲੂਜ਼ ਨਹੀਂ ਹੁੰਦਾ, ਉਹ ਲੂਜ਼ ਹੁੰਦਾ ਹੈ, ਉਹ ਸੱਸੇ ਨਾਲ ਹੁੰਦਾ ਹੈ, ਮਾਈ ਡਰੈਸ ਇਜ਼ ਲੂਜ਼। ਸੋ ਲੂਜ਼ ਦਾ ਮਤਲਬ ਹੁੰਦਾ ਹੈ ਹਾਰਨਾ। ਪ੍ਰੋਨਾਂਸੀਏਸ਼ਨ ਥੋੜੀ ਜਿਹੀ ਡਿਫਰੈਂਟ ਹੈ, ਇਹ ਜ਼ ਨਾਲ ਹੈ, ਉਹ ਸ ਨਾਲ ਹੈ। ਲੂਜ਼ ਦਾ ਮਤਲਬ ਹਾਰਨਾ, ਬਟ ਫॉर ਪ੍ਰੈਕਟਿਸ they will lose the match without practice, but for means without practice, practice ਤੋਂ ਬਿਨਾ, ਅਭਿਆਸ ਤੋਂ ਬਿਨਾ ਉਹ ਮੈਚ ਹਾਰ ਜਾਣਗੇ। So but for means without. Next is ਅਸੀਂ ਕਰਾਂਗੇ ਇੱਕ ਹੋਰ phrase, it's not for nothing that. This phrase is also very much used in spoken English, बहुत ज़्यादा use ਹੁੰਦਾ है। It's not for nothing that. I'll give you many examples relating to this. It's not for nothing that, that ਦਾ ਮਤਲਬ ਹੁੰਦਾ ਹੈ ਇਹ ਗੱਲ ਐਵੇਂ ਹੀ ਨਹੀਂ ਵਾਪਰੀ। ਅਸੀਂ ਕਹਿੰਦੇ ਨਾ ਐਵੇਂ ਨਹੀਂ ਉਹ ਇੰਨੀ ਪੜ੍ਹਾਈ ਕਰਦਾ, ਐਵੇਂ ਥੋੜੀ ਨਾ ਉਹ ਇੰਨੇ ਗੇੜੇ ਲਗਾ ਰਿਹਾ ਹੈ, ਐਵੇਂ ਥੋੜੀ ਨਾ ਉਹ ਇੱਥੇ ਆਇਆ ਹੈ, ਉਹਦੇ ਪਿੱਛੇ ਕੋਈ ਰੀਜ਼ਨ ਹੈ। ਤਾਂ ਜਦੋਂ ਅਸੀਂ ਇਹ ਫਰੇਜ਼ ਬੋਲਦੇ ਹਾਂ ਨਾ ਕਿ ਐਵੇਂ ਥੋੜੀ ਨਾ ਉਹ ਇਸ ਤਰ੍ਹਾਂ ਕਰ ਰਿਹਾ ਹੈ, ਸੋ ਉਹਨੂੰ ਇੰਗਲਿਸ਼ ਬੋਲਦੇ ਹੈ ਇਟਸ ਨਾਟ ਫॉर ਨਥਿੰਗ ਦੈਟ। ਫॉर एग्जांपल, ਇਟਸ ਨਾਟ ਫॉर ਨਥਿੰਗ ਦੈਟ ਹੀ ਸਟੂਡ ਫਰਸਟ। ਇਹ ਐਵੇਂ ਨਹੀਂ ਉਹ ਕਲਾਸ ਵਿੱਚ ਫਰਸਟ ਆ ਗਿਆ, मतलब उन्हें ਉਹਦੇ ਲਈ ਬੜੀ ਮਿਹਨਤ ਕੀਤੀ ਹੋਏਗੀ। It's not for nothing that he stood first in his class. ਇਹ ਐਵੇਂ ਨਹੀਂ ਹੋਇਆ ਕਿ ਉਹ ਕਲਾਸ ਵਿੱਚ ਫਰਸਟ ਆ ਗਿਆ। stood first मतलब ਕਲਾਸ ਵਿੱਚ ਫਰਸਟ ਪੋਜੀਸ਼ਨ ਆਈ ਹੋਈ। It's not for nothing that. It's not for nothing that he has sold his factory for a song. ਇਹ ਮੈਂ ਜਾਣ ਕੇ ਦੁਬਾਰਾ ਤੋਂ ਇਹ ਵਾਲਾ ਫਰੇਜ਼ ਲਿਆ। For a song ਅਸੀਂ ਬਹੁਤ ਵਾਰ ਕੀਤਾ, I think we have done it twice or thrice, ਅਸੀਂ 3-4 ਵਾਰ ਜਾਂ 2-3 ਵਾਰ ਅਸੀਂ ਕਰ ਚੁੱਕੇ ਹਾਂ। For a song ਹੁੰਦਾ ਹੈ ਖੇ ਦੇ ਪਾ, ਮਿੱਟੀ ਦੇ ਪਾ। It's not for nothing that he had sold his factory for a song. ਇਹ ਗੱਲ ਐਵੇਂ ਨਹੀਂ ਹੋਈ ਕਿ ਉਸਨੇ ਆਪਣੀ ਫੈਕਟਰੀ ਮਿੱਟੀ ਦੇ ਭਾਅ ਵੇਚ ਦਿੱਤੀ, ਇਹਦੇ ਪਿੱਛੇ ਜ਼ਰੂਰ ਕੁਝ ਕਾਰਨ ਹੈ। It's not for nothing, ਇਹ ਗੱਲ ਐਵੇਂ ਹੀ ਨਹੀਂ ਹੋਈ, ਉਹਨੇ ਐਵੇਂ ਹੀ ਨਹੀਂ ਆਪਣੀ ਫੈਕਟਰੀ ਖੇ ਦੇ ਭਾਅ ਵੇਚ ਦਿੱਤੀ, ਇਹਦੇ ਪਿੱਛੇ ਜ਼ਰੂਰ there must be a reason, ਉਹਦੇ ਪਿੱਛੇ ਜ਼ਰੂਰ ਕੋਈ ਕਾਰਨ ਹੋਏਗਾ। Let's make it more clear. It's not for nothing that they had called off this stir. So another word for your vocabulary, stir. STIR, stir ਦਾ ਮਤਲਬ ਹੁੰਦਾ ਹੈ ਅੰਦੋਲਨ। ਜਦੋਂ ਤੁਸੀਂ ਕਿਸੇ ਚੀਜ਼ ਜਿਵੇਂ ਕਹਿੰਦੇ ਨਾ ਕਿ ਕੋਈ ਅਸੀਂ ਇਹ ਕੰਮ ਨਹੀਂ ਹੋਇਆ ਅਸੀਂ ਇਹਦੇ ਲਈ ਅੰਦੋਲਨ ਕਰਾਂਗੇ, ਤਾਂ that is called stir, STIR, stir. stir ਦਾ ਇੱਕ ਹੋਰ ਮੀਨਿੰਗ ਵੀ ਹੋਏਗਾ। ਜਿਨ੍ਹਾਂ ਬੱਚਿਆਂ ਨੂੰ ਕੁਕਿੰਗ ਦਾ ਸ਼ੌਂਕ ਹੈ ਉਹਨਾਂ ਨੂੰ ਪਤਾ ਹੋਏਗਾ, ਜਦੋਂ ਅਸੀਂ ਕਹਿੰਦੇ ਆ ਨਾ ਕਿ ਦਾਲ ਨੂੰ ਹਿਲਾ ਦੋ, ਦਾਲ ਵਿੱਚ ਕੜਛੀ ਮਾਰ ਦੋ, ਉਹਨੂੰ ਹਿਲਾ ਦੋ, ਉਹਨੂੰ ਵੀ ਸਟਰ ਕਰਨਾ ਕਹਿੰਦੇ ਆ ਕਿ ਇਹਨੂੰ ਸਟਰ ਕਰੋ। ਕੁਕਰੀ ਸ਼ੋਜ਼ ਦੇ ਵਿੱਚ ਇਹ ਵਰਡ ਬਹੁਤ ਯੂਜ਼ ਹੁੰਦਾ ਹੈ ਕਿ ਇਹਨੂੰ ਸਟਰ ਕਰੋ, ਇਹ ਸਬਜ਼ੀ ਨੂੰ ਸਟਰ ਕਰੋ, ਪਿਆਜ਼ ਨੂੰ ਸਟਰ ਕਰੋ, ਅਨੀਅਨਸ ਨੂੰ ਸਟਰ ਕਰੋ। ਸਟਰ ਦਾ ਮਤਲਬ ਹੁੰਦਾ ਹੈ, ਸਟਰ ਫਰਾਈ ਵੈਜੀਟੇਬਲਸ ਵੀ ਹੁੰਦੀਆਂ, ਹਿਲਾਣਾ। ਇੱਥੇ ਸਟਰ ਦਾ ਮਤਲਬ ਹੈ ਅੰਦੋਲਨ, ਐਂਡ ਕਾਲ ਆਫ ਦਾ ਮਤਲਬ ਹੁੰਦਾ ਹੈ ਅੰਦੋਲਨ ਨੂੰ ਵਾਪਸ ਲੈ ਲੈਣਾ। ਇਟਸ ਨਾਟ ਫॉर ਨਥਿੰਗ that they had called off this stir. ਇਹ ਗੱਲ ਐਵੇਂ ਨਹੀਂ ਵਾਪਰੀ ਕਿ ਉਹਨਾਂ ਨੂੰ ਅੰਦੋਲਨ ਵਾਪਸ ਲੈਣਾ ਪਿਆ, ਇਹਦੇ ਪਿੱਛੇ ਕੋਈ ਰੀਜ਼ਨ ਹੈ। It's not for nothing that they had called off this stir. ਇਹ ਗੱਲ ਐਵੇਂ ਹੀ ਨਹੀਂ ਉਹਨਾਂ ਨੇ ਆਪਣਾ ਅੰਦੋਲਨ ਵਾਪਸ ਲੈ ਲਿਆ, ਇਹਦੇ ਪਿੱਛੇ ਜ਼ਰੂਰ ਕੋਈ ਕਾਰਨ ਹੋਏਗਾ। It's not for nothing that he is studying round the clock. ਹੁਣ ਇੱਕ ਹੋਰ phrase ਆਪਣੇ ਲਈ ਨਵਾਂ ਹੈ, round the clock. Round the clock means दिन रात। राउंड द क्लॉक, क्लॉक राउंड होती है ना, सो राउंड द क्लॉक मीन्स हमेशा ही दिन रात। राउंड द क्लॉक मीन्स दिन रात, डे एंड नाइट। इट्स नॉट फॉर नथिंग दैट ही इज स्टडीइंग राउंड द क्लॉक। वो एवें ही नहीं दिन रात पढ़ाई कर रहा,
ਉਹਨੇ ਫਰਸਟ ਆਣਾ ਹੈ, ਉਹਦੇ ਪਿੱਛੇ ਕੋਈ ਰੀਜ਼ਨ ਹੈ। ਇਟਸ ਨਾਟ ਫॉर ਨਥਿੰਗ that he is studying round the clock. ਐਵੇਂ ਹੀ ਨਹੀਂ ਉਹ ਇੰਨੀ round the clock ਪੜ੍ਹਾਈ ਕਰ ਰਿਹਾ, ਹਮੇਸ਼ਾ ਦਿਨ ਰਾਤ ਪੜ੍ਹਾਈ ਕਰ ਰਿਹਾ। there must be a reason behind. so not for nothing ਦਾ ਮਤਲਬ ਹੁੰਦਾ ਹੈ ਕਿ ਇਹ ਗੱਲ ਐਵੇਂ ਨਹੀਂ ਵਾਪਰੀ, ਇਹਦੇ ਪਿੱਛੇ ਕੋਈ ਕਾਰਨ ਹੋਏਗਾ। and last but not the least, can't have. ਹੁਣ can't have ਵੀ cannot ਸਾਨੂੰ ਪਤਾ ਹੈ ਨਹੀਂ ਕਰ ਸਕਣਾ, have means ਹੋਣਾ, but ਜਦੋਂ can't और have ਇਕੱਠੇ ਹੋ ਜਾਂਦੇ ਹੈ ਜਾਂ can और have ਇਕੱਠੇ ਹੋ ਜਾਂਦੇ ਹੈ, ਉਹਦਾ ਮਤਲਬ ਹੁੰਦਾ ਹੈ can't allow। ਇਹ ਕਲੀਅਰ ਕਰਨ ਲਈ ਅਸੀਂ ਕੁਝ ਐਗਜ਼ਾਮਪਲਸ ਕਰਦੇ ਹਾਂ। I can't have you playing. ਮੈਂ ਤੁਹਾਨੂੰ ਖੇਡਣ ਦੀ ਆਗਿਆ ਨਹੀਂ ਦੇ ਸਕਦੀ। ਸੋ can't have ਦਾ ਮਤਲਬ ਹੁੰਦਾ ਹੈ can't allow, ਆਗਿਆ ਨਾ ਦੇ ਸਕਣਾ। I can't have you playing, ਮੈਂ ਨਹੀਂ ਚਾਹੁੰਦੀ ਤੁਸੀਂ ਖੇਡੋ। I can't allow you playing। ਇੱਕ ਗੱਲ ਯਾਦ ਰੱਖਣਾ, ਇਹਦੇ ਵਿੱਚ ਜਦੋਂ ਅਸੀਂ verb use ਕਰਦੇ ਹਾਂ ਤਾਂ ਅਸੀਂ ਉਹਦੇ ਨਾਲ ਸਾਨੂੰ ing ਲਗਾਉਣਾ ਪਏਗਾ। ਇਸ ਤਰ੍ਹਾਂ ਇਹ ਹੋਰ ਕਲੀਅਰ ਹੋ ਜਾਏਗਾ। I can't have you playing, ਮੈਂ ਤੁਹਾਨੂੰ ਖੇਡਣ ਦੀ ਇਜਾਜ਼ਤ ਨਹੀਂ ਦੇ ਸਕਦੀ। I can't have you dancing, ਮੈਂ ਤੁਹਾਨੂੰ, ਦੇਖੋ ਇੱਥੇ ਵੀ ਡਾਂਸ ਤੋਂ ਬਾਅਦ ing ਲੱਗਿਆ ਹੈ, play ਤੋਂ ਬਾਅਦ ing ਲੱਗਿਆ ਹੈ, ਮੈਂ ਤੁਹਾਨੂੰ ਡਾਂਸ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੀ। I can't have you dancing. I can't have you standing here, ਮੈਂ ਤੁਹਾਨੂੰ ਇੱਥੇ ਖੜੇ ਰਹਿਣ ਦੀ ਇਜਾਜ਼ਤ ਨਹੀਂ ਦੇ ਸਕਦੀ। I can't have you standing here. We can't have them speaking loudly. Please notice this thing ਕਿ ਸਾਰਿਆਂ ਵਿੱਚ verb ਦੇ ਨਾਲ ਅਸੀਂ ing ਲਗਾਇਆ ਹੋਇਆ ਹੈ। ਅਸੀਂ ਉਹਨਾਂ ਨੂੰ ਇੰਨੀ ਉੱਚੀ ਬੋਲਣ ਦੀ ਇਜਾਜ਼ਤ ਨਹੀਂ ਦੇ ਸਕਦੇ। We can't have them speaking loudly. Government can't have them taking out a procession on the roads. ਸਰਕਾਰ, procession ਆਪਾਂ ਹੁਣੇ ਕੀਤਾ, ਸਰਕਾਰ ਉਹਨਾਂ ਨੂੰ ਸੜਕ ਤੇ procession ਨਿਕਾਲਣ ਦੀ ਇਜਾਜ਼ਤ ਨਹੀਂ ਦੇ ਸਕਦੀ। Government can't have them taking out a procession on the roads. ਸਰਕਾਰ ਉਹਨਾਂ ਨੂੰ ਸੜਕਾਂ ਤੇ ਜਲੂਸ ਨਿਕਾਲਣ ਦੀ ਇਜਾਜ਼ਤ ਨਹੀਂ ਦੇ ਸਕਦੀ। ਸੋ ਇਹ ਸੀਗੇ ਕੁਝ phrases। Thank you so much. I hope ਤੁਹਾਨੂੰ ਇਹ ਸਮਝ ਆ ਗਿਆ ਹੋਵੇਗਾ and it will help you in spoken English. Thank you so much. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬੱਚਾ ਸਟਰ ਦਾ ਮੀਨਿੰਗ ਪੁੱਛ ਰਿਹਾ ਹੈ। ਸਟਰ ਦਾ ਮਤਲਬ ਹੁੰਦਾ ਹੈ ਅੰਦੋਲਨ। ਬੇਟੇ ਅੰਦੋਲਨ, ਤੇ ਇੱਕ ਸਟਰ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਨੂੰ ਹਿਲਾਣਾ। ਅਸੀਂ ਕਹਿੰਦੇ ਨਾ ਸਬਜ਼ੀ ਨੂੰ ਹਿਲਾ ਦੋ, ਸਬਜ਼ੀ ਨੂੰ ਅਸੀਂ ਹਿਲਾ ਦਿੰਦੇ ਹਾਂ, that is also called stir, STIR, stir. One more is there, repeal ਹੁੰਦਾ ਹੈ ਰੱਦ ਕਰਨਾ। repeal and revoke, ਇਹਦਾ meaning ਹੁੰਦਾ ਹੈ ਰੱਦ ਕਰਨਾ, repeal। ਥੈਂਕ ਯੂ ਮੈਮ। ਕੁਝ ਬੱਚਿਆਂ ਦੇ ਹੈਂਡ ਰੇਜ਼ ਨੇ, ਅਸੀਂ 2-4 ਜਿੰਨਾ ਕੁ ਸਮਾਂ ਉਹਨੇ ਕੁ ਲੈ ਸਕਾਂਗੇ ਜੀ। ਹਾਂਜੀ। ਸੋ ਸਭ ਤੋਂ ਪਹਿਲਾਂ ਅਵਨੀਤ ਕੌਰ, ਜਸਮੀਨ ਕੌਰ। ਸਟੂਡੈਂਟਸ ਨੂੰ ਬੇਨਤੀ, ਜਿਹੜੇ ਹੈਂਡ ਰੇਜ਼ ਕਰ ਰਹੇ ਨੇ ਕਿਰਪਾ ਕਰਕੇ ਆਪਣੀ ਵੀਡੀਓਜ਼ ਨੂੰ ਔਨ ਕਰ ਲੈਣ। ਅਵਨੀਤ ਕੌਰ, ਜਸਮੀਨ ਕੌਰ, ਪਲੀਜ਼ ਆਪਣੀ ਵੀਡੀਓ ਔਨ ਕਰਨ। ਜਦ ਤੱਕ ਵੀਡੀਓ ਆਨ ਹੁੰਦੀ ਹੈ, ਇੱਕ ਕੁਐਸਚਨ ਆਇਆ ਹੈ, ਤਵੇ ਨੂੰ, ਚੱਕਲੇ ਨੂੰ ਤੇ ਵੇਲਣੇ ਨੂੰ ਕੀ ਕਹਿੰਦੇ ਆ? ਤਵਾ ਇਜ਼ ਗ੍ਰਿਡਲ, GRIDDLE, ਗ੍ਰਿਡਲ, ਗ੍ਰਿਡਲ, GRIDDLE, ਗ੍ਰਿਡਲ। ਚੱਕਲਾ ਹੁੰਦਾ ਹੈ ਪੇਸਟਰੀ ਬੋਰਡ, ਪੇਸਟਰੀ ਬੋਰਡ, PASTRY, ਪੇਸਟਰੀ ਬੋਰਡ। ਐਂਡ ਵੇਲਣਾ ਹੁੰਦਾ ਹੈ ਪੇਸਟਰੀ ਰੋਲਰ, PASTRY, ਪੇਸਟਰੀ, ROLLER, ਰੋਲਰ, ਜਾਂ ਉਹਨੂੰ ਪੇਸਟਰੀ ਪਿਨ ਵੀ ਕਹਿ ਦਿੰਦੇ ਆ। ਹਾਂਜੀ। ਸੋ ਅਵਨੀਤ ਕੌਰ, ਜਸਮੀਨ ਕੌਰ। ਯੈਸ ਮੈਮ, ਜੋ ਤੁਸੀਂ ਉਹ ਬੋਲਿਆ ਸੀਗਾ ਲੂਜ਼, ਮਤਲਬ ਕਿ ਉਹਨਾਂ ਨੇ ਮੈਚ ਅਗਰ ਜਿਹੜਾ ਉਹਨੂੰ ਲੂਜ਼ ਕਰਤਾ ਹੈ ਨਾ ਮੈਮ, ਉਹਨੂੰ ਲਾਸ ਨਹੀਂ ਕਹਿੰਦੇ ਹੁੰਦੇ ਜੀ? ਨਹੀਂ ਨਹੀਂ, ਲਾਸ LOSS ਹੁੰਦਾ ਹੈ। ਲਾਸ ਦਾ ਮਤਲਬ ਹੁੰਦਾ ਨੁਕਸਾਨ। ਲਾਸ ਮੀਨਸ ਨੁਕਸਾਨ, ਲੂਜ਼ ਮਤਲਬ ਹਾਰ ਜਾਣਾ। ਇਹ ਵਰਬ ਹੈ, ਲਾਸ ਨਾਉਨ ਹੈ। ਆਪਾਂ ਕੀਤਾ ਸੀ ਨਾ ਕਲਾਸ ਦੇ ਵਿੱਚ ਨਾਉਨ ਐਂਡ ਵਰਬ। ਲਾਸ ਹੁੰਦਾ ਨੁਕਸਾਨ। ਮੈਨੂੰ ਬਿਜ਼ਨਸ ਦੇ ਵਿੱਚ ਬਹੁਤ ਸਾਰਾ ਲਾਸ ਹੋ ਗਿਆ, ਠੀਕ ਹੈ, ਮੈਂ ਮੈਚ ਹਾਰ ਗਈ, ਮੈਂ ਮੈਚ ਲੂਜ਼ ਕਰ ਦਿੱਤਾ। ਓਕੇ। ਸੋ ਨੈਕਸਟ ਜਸਲੀਨ ਕੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਸੈਕਿੰਡ
क्वेश्चन ਦੇ ਰਿਗਾਰਡਿੰਗ ਬੋਲਣਾ ਚਾਹੁੰਦੀ ਹਾਂ। ਅਸੀਂ ਉਹਦੇ ਬਾਰੇ ਬਾਅਦ ਵਿੱਚ ਕਰ ਲਈਏ ਜੀ। ਇੱਕ ਵਾਰੀ ਅਗਰ ਇੰਗਲਿਸ਼ ਕਲਾਸ ਦੇ ਰਿਲੇਟਡ ਤੁਹਾਡੇ ਕੋਲ ਕੋਈ ਹੈ ਤੇ ਫਿਰ ਆਪਾਂ ਕਰ ਲਾਂਗੇ ਜੀ। ਬਾਅਦ ਚ ਨਹੀਂ। 16-107 ਜ਼ੋਨ ਸ਼ੇਰਪੁਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਮੇਰਾ ਕੁਐਸਚਨ ਕੁਲਵੰਤ ਮੈਮ ਤੋਂ ਆ। ਦੇ ਕੈਨਟ ਬਟ ਟੇਕ ਆਊਟ ਪ੍ਰੋਸੈਸ਼ਨਸ ਔਨ ਦ ਰੋਡਸ ਦਾ ਮੀਨਿੰਗ। ਇਹਦਾ ਮੀਨਿੰਗ ਬੇਟੇ, ਇਹਦਾ ਮੀਨਿੰਗ ਉਹਨਾਂ ਕੋਲ ਰੋਡ ਤੇ ਪ੍ਰੋਸੈਸ਼ਨ ਹੁੰਦਾ ਹੈ ਜਲੂਸ। ਜਲੂਸ ਸਮਝਦੇ ਹੋ ਨਾ, ਜਦੋਂ ਸਾਰੇ ਇਕੱਠੇ ਹੋ ਕੇ ਰੋਡ ਤੇ ਪ੍ਰੋਸੈਸ਼ਨ ਨਿਕਾਲ ਰਹੇ ਆ, ਅੱਗੇ ਵਧ ਰਹੇ ਆ, ਮਤਲਬ ਉਹਦੇ ਵਿੱਚ ਕੋਈ ਇੱਕ ਦੂਸਰੇ ਨੂੰ ਸ਼ੋਰ ਨਹੀਂ ਮਚਾਉਂਦੇ, ਸਾਰੇ ਆਪਣਾ ਆਰਾਮ ਨਾਲ ਅੱਗੇ ਵਧ ਰਹੇ ਆ ਸੜਕ ਤੇ। ਉਹਨਾਂ ਕੋਲ ਪ੍ਰੋਸੈਸ਼ਨ ਨਿਕਾਲਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਸੀ। ਤੇ ਕਾਂਟ ਹੈ ਨਾ, ਉਹਨਾਂ ਕੋਲ ਕਾਂਟ ਬਟ ਹੈ, ਮਤਲਬ ਤੋਂ ਇਲਾਵਾ। ਬਟ ਦਾ ਮੀਨਿੰਗ ਹੈ ਕੀ ਹੈ? ਤੋਂ ਇਲਾਵਾ। ਤਾਂ ਉਹ ਪ੍ਰੋਸੈਸ਼ਨ ਨਿਕਾਲਣ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ ਕਰ ਸਕਦੇ, ਉਹਨਾਂ ਕੋਲ ਹੋਰ ਕੋਈ ਚਾਰਾ ਹੀ ਨਹੀਂ ਸੀ। ਠੀਕ ਹੈ ਮੈਮ ਹੀ ਮੇਡ ਅ ਬਲੰਡਰ ਦਾ ਮਤਲਬ ਉਸਨੇ ਬਹੁਤ ਵੱਡੀ ਗਲਤੀ ਕੀਤੀ। ਯੈਸ, ਹੀ ਮੇਡ ਅ ਬਲੰਡਰ। ਬਲੰਡਰ ਹੁੰਦਾ ਬਹੁਤ ਵੱਡੀ ਗਲਤੀ। ਮੈਂ ਤੁਹਾਨੂੰ ਇੱਕ ਹੋਰ ਵਰਡ ਵੀ ਦੱਸਿਆ ਸੀ ਇਹਦੇ ਨਾਲ, ਫੌਪਾ। he made a faux pas, FAUXPAU है ना, he made a faux pas। ਤੇ ਉਹ ਵੀ ਬਲੰਡਰ ਹੀ ਹੁੰਦਾ ਹੈ, ਮਤਲਬ ਗਲਤੀ ਕਰ ਦੇਣਾ, ਬਹੁਤ ਵੱਡੀ ਗਲਤੀ ਕਰ ਦੇਣਾ, ਬਲੰਡਰ। ਜਿਵੇਂ ਬਲੰਡਰ ਨੂੰ ਅਸੀਂ ਪਤਾ ਹੋਰ ਕਿਸ ਤਰ੍ਹਾਂ ਡਿਫਾਈਨ ਕਰ ਸਕਦੇ ਹਾਂ ਕਿ ਜਿਵੇਂ ਮੰਨ ਲਓ ਕੋਈ ਸਟੇਜ ਤੇ ਤੁਸੀਂ ਗਏ, ਸਟੇਜ ਤੇ ਕੀ ਹੋਇਆ, ਤੁਸੀਂ ਬੋਲਣਾ ਕੁਝ ਹੋਰ ਸੀ, ਬੋਲ ਕੁਝ ਹੋਰ ਦਿੱਤਾ। ਠੀਕ ਹੈ, ਤਾਂ ਆਪਾਂ ਕਹਿੰਦੇ ਆ ਨਾ ਉਹ I made a blunder, ਮੇਰੇ ਕੋਲੋਂ ਬੜੀ ਵੱਡੀ ਗਲਤੀ ਹੋ ਗਈ। ਸਮਝ ਗਏ? ਬਲੰਡਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮਨਦੀਪ ਸਿੰਘ। ਹਾਂਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ, ਆਪਣੇ ਮਾਈਕ ਨੂੰ ਅਨਮਿਊਟ ਕਰੋ ਜੀ। ਮੈਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਮੇਰਾ ਕੁਐਸਚਨ ਕੁਲਵੰਤ ਮੈਮ ਤੋਂ ਹੈ, ਕੁਡ ਨਾਟ ਤੇ ਕੈਨ ਨਾਟ ਚ ਕੀ ਫਰਕ ਹੁੰਦਾ ਜੀ? ਕੁਡ ਨਾਟ ਹੁੰਦਾ ਹੈ ਜਦੋਂ ਅਸੀਂ ਪਾਸਟ ਵਿੱਚ ਗੱਲ ਕਰ ਰਹੇ ਹਾਂ, I could not stand there, ਮੈਂ ਉੱਥੇ ਖੜੀ ਨਹੀਂ ਰਹਿ ਸਕੀ। I cannot stand here, ਮੈਂ ਉੱਥੇ ਖੜੀ ਨਹੀਂ ਰਹਿ ਸਕਦੀ ਹਾਂ। ਕੈਨ ਹੁੰਦਾ ਕਰ ਸਕਣਾ ਹੁਣ, ਤੇ ਕਰ ਸਕਦੀ ਸੀ ਕੁਡ, ਉਹਦੀ ਸੈਕਿੰਡ ਫਾਰਮ ਹੈ ਕੈਨ, ਕੁਡ। ਠੀਕ ਹੈ, ਕੈਨ ਨਾਟ ਕਰ ਸਕਣਾ, ਨਾ ਕਰ ਸਕਦੀ ਸੀ, ਕੁਡ ਨਾਟ। ਠੀਕ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Next, ਮੈਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਮ am I audible? ਹਾਂਜੀ। ਮੈਮ ਮੇਰਾ ਕੁਐਸਚਨ ਕੁਲਵੰਤ ਮੈਮ ਨੂੰ ਹੈ। ਮੈਮ ਐਂਥ੍ਰੋਪੋਲੋਜੀ ਐਂਡ ਆਰਕੋਲੋਜੀ ਦਾ ਕੀ ਮੀਨਿੰਗ ਹੈ? ਹਾਂਜੀ ਬੇਟੇ, ਹਾਂਜੀ। ਆਰਕੀਓਲੋਜੀ ਦਾ ਮਤਲਬ ਹੁੰਦਾ ਹੈ, ਜਿਵੇਂ ਤੁਸੀਂ ਦੇਖਿਆ ਹੋਏਗਾ ਕਿ ਆਰਕੀਓਲੋਜਿਸਟ, ਤੁਹਾਨੂੰ ਤੁਸੀਂ ਸੁਣਿਆ ਆਰਕੀਓਲੋਜਿਸਟ ਕੀ ਹੁੰਦੇ ਆ? ਜਿਵੇਂ ਉਹਦੇ ਬਾਰੇ ਸੁਣਿਆ ਹੋਏਗਾ, ਜਿਹੜੀ ਹੜੱਪਾ ਸਭਿਅਤਾ ਬਾਰੇ ਸੁਣਿਆ ਤੁਸੀਂ? ਮੈਮ ਯੈਸ। ਹੈ ਨਾ, तो हड़प्पा सभ्यता की है, ਜਦੋਂ ਉਹਨਾਂ ਨੇ ਜਿਹੜੇ ਆਰਕੀਓਲੋਜਿਸਟ ਸੀਗੇ, ਉਹਨਾਂ ਨੇ ਜਦੋਂ ਜ਼ਮੀਨ ਦੇ ਵਿੱਚ ਖੁਦਾਈ ਕੀਤੀ ਹੈ ਨਾ, ਤਾਂ ਫਿਰ ਉਹਨਾਂ ਨੂੰ ਕੀ ਹੋਇਆ, ਜ਼ਮੀਨ ਦੇ ਵਿੱਚੋਂ ਇੱਕ ਪੂਰੀ ਦੀ ਪੂਰੀ ਸਿਵਲਾਈਜੇਸ਼ਨ ਨਿਕਲ ਆਈ ਹੈ ਨਾ। ਤਾਂ ਉਹ ਜਿਹੜੇ ਹੁੰਦੇ ਆ ਉਹ ਕੀ ਹੁੰਦੇ ਆ, ਮਤਲਬ ਉਹਨਾਂ ਨੂੰ ਆਰਕੀਓਲੋਜਿਸਟ ਕਹਿ ਦਿੰਦੇ ਆ। ਤੇ ਉਹ ਵਾਲੀ ਜਿਹੜੀ ਪੜ੍ਹਾਈ ਹੁੰਦੀ ਹੈ ਨਾ, ਉਹਨੂੰ ਕਿਹਾ ਜਾਂਦਾ ਹੈ ਆਰਕੀਓਲੋਜੀ। ਉਹਨੂੰ ਕੀ ਕਿਹਾ ਜਾਂਦਾ ਹੈ? ਆਰਕੀਓਲੋਜੀ। ਐਂਥ੍ਰੋਪੋਲੋਜੀ ਹੁੰਦਾ ਹੈ, ਜਿਵੇਂ ਤੁਸੀਂ ਕਹਿ ਸਕਦੇ ਹੋ ਹਿਊਮੈਨਿਟੀ ਬਾਰੇ ਫਿਲਾਸਫੀ। ਜਿਵੇਂ ਅਸੀਂ ਕਹਿੰਦੇ ਨਾ ਐਂਥ੍ਰੋਪੋਲੋਜਿਸਟ, ਉਹ ਲੋਕ ਜਿਹੜੇ ਕਿ ਹਿਊਮੈਨਿਟੀ ਨੂੰ, ਇਨਸਾਨੀਅਤ ਨੂੰ, ਸਮਾਜ ਨੂੰ ਜਿਹੜੀ ਸਟੱਡੀ ਕਰ ਰਹੇ ਹੈ, ਉਹ ਐਂਥ੍ਰੋਪੋਲੋਜਿਸਟ ਹੁੰਦੇ। तो उस स्टडी नु एंथ्रोपोलॉजी किया जाता है। ओके मैम, थैंक यू। हाँ जी। सो नेक्स्ट 16-110 से लास्ट स्टूडेंट होएगा जी। मैम वाहिगुरू जी का खालसा वाहिगुरू जी की फतेह। मैम आई एम ऑडिबल? यस प्लीज।
ਮੇਰਾ ਮੈਮ ਨੂੰ ਸੀ ਮੈਮ ਗ੍ਰੋਸਰੀ ਦਾ ਮੀਨਿੰਗ ਕੀ ਹੁੰਦਾ ਜੀ? ये तो ग्रोसरी, GROCERY, मैम यस ग्रोसली ग्रोसली के ग्रोसरी, ग्रोसली LY यदि स्पेलिंग बोलो GROSSLY। हाँ, ग्रॉस ग्रॉस है कोई चीज ਜਦੋਂ ਅਸੀਂ ਕਹਿੰਦੇ ਆ ਕੁੱਲ ਮਿਲਾ ਕੇ, है ना, कोई चीज ਨੂੰ ਜਦੋਂ ਕੁੱਲ ਮਿਲਾ ਕੇ ਕਿਹਾ ਜਾਂਦਾ ਤਾਂ ਅਸੀਂ ਉਹਨੂੰ ਕਹਿੰਦੇ ਗ੍ਰੋਸ। ਜਿਵੇਂ ਕਿ ਮੈਂ ਤੁਹਾਨੂੰ ਕਿਹਾ ਮੈਨੂੰ ਪ੍ਰੋਫਿਟ ਹੋਇਆ 100 ਰੁਪਏ ਦਾ, 100 ਰੁਪਏ ਦਾ ਪ੍ਰੋਫਿਟ ਦੇ ਵਿੱਚੋਂ ਮੈਂ ਉਹਨੂੰ ਇੰਨੇ ਪੈਸੇ ਦੇਣੇ ਆ, ਉਹਨੂੰ ਇੰਨੇ ਪੈਸੇ ਦੇਣੇ ਆ, ਤੇ ਬਾਕੀ ਜੋ ਬਚੇਗਾ ਨਾ ਉਹ ਮੇਰਾ ਨੈਟ ਪ੍ਰੋਫਿਟ ਹੁੰਦਾ ਹੈ। ਸੋ ਗ੍ਰੋਸ ਮੀਨਸ ਕੁੱਲ ਮਿਲਾ ਕੇ, ਗ੍ਰੋਸ। ठीक है, वाहिगुरू जी की फतेह। हाँ जी। ਸੋ ਬਹੁਤ ਬਹੁਤ ਧੰਨਵਾਦ ਕੁਲਵੰਤ ਮੈਮ ਦਾ। ਸੋ ਅੱਜ ਦੇ ਸੈਸ਼ਨ ਦੀ ਅਸੀਂ ਇੱਥੇ ਸਮਾਪਤੀ ਕਰਦੇ ਹਾਂ। ਸਾਰੇ ਸਟੂਡੈਂਟਸ ਜਿਨ੍ਹਾਂ ਨੇ ਜੁਆਇਨ ਕੀਤਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਤੇ ਕੱਲ ਨੂੰ ਫਿਰ ਅਸੀਂ ਸਾਰੇ 4 ਵਜੇ ਮਿਲਾਂਗੇ ਜੀ। ਸੋ ਜ਼ਰੂਰ ਸਾਰਿਆਂ ਨੇ ਸ਼ਮੂਲੀਅਤ ਕਰਨੀ ਤੇ ਕੋਸ਼ਿਸ਼ ਕਰਨਾ ਹੋਰ ਵੀ ਜਿਹੜੇ ਤੁਹਾਡੇ ਫਰੈਂਡਸ ਕੱਲ, ਕਿਉਂਕਿ ਛੁੱਟੀ ਦਾ ਦਿਨ ਹੈ, ਸੋ ਜਿਹੜੇ ਵੀ ਜੁਆਇਨ ਕਰ ਸਕਦੇ ਜ਼ਰੂਰ ਜੁਆਇਨ ਕਰਨ ਜੀ ਕੱਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।